ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਹਾਂ ਜਹਾਂ ਸੁਨਹਿ ਸਿੱਖ ਸਭ ਆਵਹਿ। ਰਹਿ ਨਿਕਟ ਸੇਵਹਿ ਸੁਖ ਪਾਵਹਿ। ਬਹੁਰ ਸੁਲਖਨੀ ਸਭ ਸੁਖ ਸਾਨੀ। ਆਏ ਸਪਤ ਕੀ ਪਾਏ ਸਿਆਨੀ। ਜਹਾਂ ਜਹਾਂ ਸੁਨਹਿ ਸਿੱਖ ਸਭ ਆਵਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਜੁਗੋ ਜੁਗ ਅਟਲ ਪ੍ਰਤੱਖ ਹਰਿ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਕਿ ਸੰਧਿਆ ਦੇ ਸਮੇਂ ਤੋਂ ਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਰਹੇ ਹੋ। ਗ੍ਰੰਥੀ ਸਾਹਿਬਾਨ ਦੀ ਰਸਨਾ ਤੋਂ ਆਪ ਜੀ ਨੇ ਸੱਚ ਕੀ ਬਾਣੀ ਧੁਰ ਕੀ ਬਾਣੀ ਸੋਧ ਦਰ ਰਹਿਰਾਸ ਸਾਹਿਬ ਜੀ ਦੇ ਜਾਪ ਸਰਵਣ ਕੀਤੇ ਹਨ। ਗੁਰੂ ਚਰਨਾਂ ਵਿੱਚ ਅਰਦਾਸ ਵਿੱਚ ਜੁੜੇ ਹੋ। ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕੀਤੇ ਹਨ। ਬੇਅੰਤ ਸੰਗਤਾਂ ਹੀ ਗੁਰੂ ਚਰਨਾਂ ਵਿੱਚ ਸਮੇਂ ਸਮੇਂ ਨਾਲ ਜੁੜ ਕੇ ਆਪਣੇ ਜਨਮ ਨੂੰ ਇਸ ਸਮੇਂ ਨੂੰ ਸਾਧ ਸੰਗਤ ਜੀ ਆਪ ਸਫਲਾ ਕਰਦੇ ਹੋ। ਇਸ ਦੇ ਨਾਲ ਹੀ ਜੋ ਸਾਹਿਬ ਸ੍ਰੀ ਗੁਰੂ ਨਾਨਕ ਸਚਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਲੜੀਵਾਰ ਕਥਾ ਚੱਲ ਰਹੀ ਹੈ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਆਪ ਸੰਗਤਾਂ ਨੇ ਪਿੱਛੇ ਸਰਵਣ ਕੀਤਾ ਕਿ ਬਟਾਲੇ ਸ਼ਹਿਰ ਵਿੱਚ ਜੋ ਸਤਿਗੁਰੂ ਜੀ ਦੇ ਸੱਸ ਸਹੁਰਾ ਮੂਲ ਚੰਦ ਅਤੇ ਚੰਦੋ ਰਾਣੀ ਸੱਸ ਸੀ, ਜੋ ਗੁਰੂ ਸਾਹਿਬ ਜੀ ਨੂੰ ਪਹਿਲਾਂ ਆਪਣੇ ਸਮੇਂ ਵਿੱਚ ਬੜਾ ਬੋਲ ਕਬੋਲ ਜਿਹੜੇ ਅਯੋਗ ਬਚਨ ਬੋਲਦੇ ਰਹੇ ਹੈ। ਪਰ ਗੁਰੂ ਸਾਹਿਬ ਜੀ ਦੀ ਮਹਾਨ ਵਡਿਆਈ ਮਹਿਮਾ ਜਾਣ ਕੇ ਕਿ ਜਦੋਂ ਇੱਥੇ ਰਹਿੰਦਿਆਂ ਕੁਝ ਦਿਨ ਸਤਿਗੁਰੂ ਜੀ ਨੂੰ ਬਤੀਤ ਹੋਏ ਬਟਾਲੇ ਸ਼ਹਿਰ ਹੀ, ਬਹੁਤ ਹੀ ਸੰਗਤਾਂ
ਪ੍ਰੇਮ ਭਾਵਨਾ ਵਾਲੀਆਂ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਝੁਕ ਰਹੀਆਂ, ਦਰਸ਼ਨ ਕਰਦੇ ਹੈ, ਜਸ ਕਰਦੇ ਹੈ। ਇਹ ਕੁਝ ਵੇਖ ਕੇ ਗੁਰੂ ਜੀ ਦੇ ਸਹੁਰੇ ਮੂਲ ਚੰਦ ਦਾ ਵੀ ਮਨ ਫਿਰ ਗਿਆ ਹੈ। ਮਨ ਵਿੱਚ ਇਹ ਕੁਝ ਦੇਖ ਕੇ ਸਮਝ ਗਿਆ ਵੀ ਤੂੰ ਗਲਤ ਹੈ। ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ, ਉਹਨਾਂ ਨੂੰ ਕੀ ਸਮਝਾਉਣਾ ਅਤੇ ਕੀ ਕਹਿਣਾ ਹੈ। ਜਿਸ ਕਰਕੇ ਆਪ ਵੀ ਜਸ ਦੇ ਅਨੁਸਾਰੀ ਹੋ ਗਿਆ। ਜਿੱਥੇ ਸਤਿਗੁਰੂ ਜੀ ਬਿਰਾਜਮਾਨ ਸਨ ਉੱਥੇ ਆ ਕੇ ਮੱਥਾ ਟੇਕਿਆ, ਮਾਫੀਆਂ ਮੰਗੀਆਂ ਅਤੇ ਕਹਿਣ ਲੱਗਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਅਸੀਂ ਤਾਂ ਸੰਸਾਰੀ ਸੰਬੰਧ ਕਰਕੇ ਵੀ ਤੁਸੀਂ ਸਾਡੇ ਜਵਾਈ ਹੋ, ਮੈਂ ਤੁਹਾਡਾ ਸਹੁਰਾ ਹਾਂ। ਇਹੋ ਭੁੱਲ ਵਿੱਚ ਹੀ ਆਪ ਜੀ ਨੂੰ ਮਹਾਰਾਜ ਉਲਟਾ ਸਿੱਧਾ ਬੋਲਦੇ ਰਹੇ ਹਾਂ। ਗੁਰੂ ਸਾਹਿਬ ਜੀ ਅਸੀਂ ਦੇ ਭੁੱਲਣਹਾਰ ਹਾਂ। ਆਪ ਜੀ ਉਹ ਭੁੱਲ ਹੋ, ਕਿਰਪਾ ਕਰਕੇ ਜੋ ਗਲਤੀਆਂ ਗੁਨਾਹ ਔਗਣ ਹੋ ਗਏ ਉਹਨਾਂ ਨੂੰ ਬਖਸ਼ੋ, ਜਿਸ ਕਰਕੇ ਅਸੀਂ ਵੀ ਆਪ ਜੀ ਦੇ ਚਰਨੀ ਲੱਗ ਸਕੀਏ। ਐਸੀ ਸ਼ਰਧਾ ਭਰੀ ਬਾਣੀ ਬਚਨ ਸੁਣ ਕੇ ਗੁਰੂ ਸਾਹਿਬ ਜੀ ਨੇ ਕਿਹਾ ਹੈ ਵੀ ਆਪਣੇ ਸਹੁਰੇ ਮੂਲ ਚੰਦ ਨੂੰ ਵੀ ਤੁਸੀਂ ਪਿਛਲੀਆਂ ਗੱਲਾਂ ਛੱਡੋ ਅਤੇ ਜੋ ਵਾਹਿਗੁਰੂ ਦਾ ਸੱਚਾ ਨਾਮ ਹੈ ਉਹਦਾ ਸਿਮਰਨ ਕਰੋ। ਜਿੱਥੇ ਸਤ ਸੰਗਤ ਹੁੰਦੀ ਉੱਥੇ ਜਾ ਕੇ ਮਿਲ ਕੇ ਵਾਹਿਗੁਰੂ ਵਾਹਿਗੁਰੂ ਕਰੋ, ਬੜੀ ਸੁਖਾਲੀ ਮੁਕਤੀ ਹੋ ਜਾਏਗੀ। ਫਿਰ ਉਹ ਜਾ ਕਰਕੇ ਮੱਥਾ ਟੇਕ ਕਰਕੇ ਆਪਣੀ ਘਰ ਵਾਲੀ ਚੰਦੋ ਰਾਣੀ ਨੂੰ ਸਮਝਾਇਆ ਵੀ ਦੇਖ ਕਰਮਾਂ ਵਾਲੀਏ, ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ ਅਤੇ ਆਪਾਂ ਜਵਾਈ ਸਮਝ ਕੇ ਜੋ ਕੁਝ ਬੋਲੇ ਉਹਦੀ ਭੁੱਲ ਖਿਮਾ ਮੰਗਣੀ ਚਾਹੀਦੀ ਹੈ ਤੈਨੂੰ ਵੀ। ਇਹ ਕੁਝ ਸੁਣ ਕੇ ਬੜਾ ਪਛਤਾਵਾ ਕੀਤਾ ਚੰਦੋ ਰਾਣੀ ਨੇ ਵੀ। ਗੁਰੂ ਸਾਹਿਬ ਜੀ ਦੇ ਫਿਰ ਆ ਕੇ ਚਰਨਾਂ ਵਿੱਚ ਮੱਥਾ ਟੇਕਿਆ, ਭੁੱਲਾਂ ਬਖਸ਼ਾਈਆਂ। ਗੁਰੂ ਸਾਹਿਬ ਜੀ ਦੀ ਕੁਝ ਦਿਨ ਸੰਗਤ ਕੀਤੀ ਹੈ। ਜੀਵ ਈਸ਼ ਦੀ ਵਿਚਾਰ ਦਾ ਜਿਹੜਾ ਹੈ ਵਿਵੇਕ ਹੋ ਗਿਆ ਹੈ। ਵਿਵੇਕੀ ਅਧਿਆਤਮਵਾਦੀ ਆਤਮ ਗਿਆਨੀ ਤਦ ਬੇਤੇ ਹੋ ਗਏ ਹੈ। ਉਮਰਾਂ ਪੂਰੀ ਹੋਣ ਕਰਕੇ ਸਾਧ ਸੰਗਤ ਜੀ ਪਰਲੋਕ ਗਮਨ ਕਰ ਦਿੱਤਾ। ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਦੇ, ਨਾਮ ਜਪਦੇ ਜਪਦੇ ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤੇ ਠਾਓ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਸੱਚਖੰਡ ਵਸੈ ਨਿਰੰਕਾਰ। ਸਤਿਗੁਰ ਜਿੱਥੇ ਸਤਿਗੁਰ ਦਾ ਜੋਗ ਨਿਵਾਸ ਹੈ। ਸੂਖ ਮੈਲ ਜਾ ਕੇ ਊਚ ਉਪਾਰੇ, ਸੂਖ ਮੈਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੇ ਭਗਤ ਪਿਆਰੇ। ਉੱਥੇ ਚਲੇ ਗਏ ਹੈ ਤੁਮੇ ਸੱਚਖੰਡ। ਗੁਰੂ ਮਹਾਰਾਜ ਕੁਝ ਦਿਨ ਇੱਥੇ ਰਹਿ ਕਰਕੇ ਅਤੇ ਸਾਧ ਸੰਗਤ ਜੀ ਫਿਰ ਕਰਤਾਰਪੁਰ ਜੋ ਅੱਜ ਕੱਲ੍ਹ ਸਥਾਨ ਹੈ ਡੇਰਾ ਬਾਬਾ ਨਾਨਕ ਦੇ ਨਾਲ, ਇਸ ਥਾਂ 'ਤੇ ਚਲੇ ਗਏ। ਇੱਥੇ ਗੁਰੂ ਜੀ ਦੀ ਮਹਿਮਾ ਜਾਣ ਕੇ ਬੜੀਆਂ ਸੰਗਤਾਂ ਸਿੱਖ ਦੂਰੋਂ ਦਰਾਡਿਓਂ ਆਉਣ ਲੱਗੇ। ਜਦੋਂ ਸਿੱਖ ਸੰਗਤਾਂ ਬੜੀਆਂ ਦੂਰ ਦਰਾਡੇ ਤੋਂ ਆਉਣ ਲੱਗੀਆਂ, ਲਾਹੌਰ ਤੋਂ ਵੀ ਬਹੁਤੇ ਸਿੱਖ ਆਣ ਕੇ ਹੋਏ। ਇੱਧਰ ਲਾਹੌਰ ਵਿੱਚ ਇੱਕ ਕਰੋੜੀ ਮੱਲ ਖੱਤਰੀ ਰਹਿੰਦਾ ਸੀ, ਜਿਹੜਾ ਬੜਾ ਹੈਂਕੜਬਾਜ਼ੀ 'ਚ ਰਹਿੰਦਾ ਸੀ। ਇਹ ਲਾਹੌਰ ਵਿੱਚ ਮੁਖੀਆ ਸੀ ਸਾਰਿਆਂ ਦਾ, ਆਪਣੇ ਅਹੁਦੇ ਦਾ ਵੀ ਮਾਣ ਅਤੇ ਉਂਝ ਵੀ ਆਕੜਿਆ ਫਿਰੇ। ਗੁਰੂ ਸਾਹਿਬ ਜੀ ਦੇ ਨਾਮ ਨੂੰ ਸੁਣ ਕੇ, ਮਹਾਰਾਜ ਜੀ ਦੀ ਮਹਿਮਾ ਸੁਣ ਕੇ ਬੜਾ ਈਰਖਾ ਵਿੱਚ ਸੜਦਾ ਮੱਚਦਾ ਸੀ, ਝੱਲਦਾ ਨਹੀਂ ਸੀ ਇਹ ਗੱਲ। ਉਹ ਗੁਰੂ ਸਾਹਿਬ ਜੀ ਨੇ ਜਿਵੇਂ ਬਿੱਦ ਬਣਾਉਣੀ ਸੀ। ਇੱਕ ਦਿਨ ਜੋਗੀ ਲੋਕ ਕਿੰਗਰੀ, ਜਿਹੜੇ 2 ਤਾਰਾਂ ਵਾਲਾ ਤੂੰਬਾ ਹੁੰਦਾ ਹੈ, ਉਹ ਵਜਾਈ ਜਾਣ ਅਤੇ ਨਾਲੇ ਨਾਲ ਸ਼ਬਦ ਉਚਾਰੀ ਜਾਣ। ਨਾਨਕ ਆਖੈ ਰੇ ਮਨਾ, ਸੁਣੀਏ ਸਿੱਖ ਸਹੀ। ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ। ਤਲਬਾ ਪੌਸਣ ਆਕੀਆ, ਬਾਕੀ ਜਿਨਾ ਰਹੀ। ਅਜ਼ਰਾਈਲ ਫਰੇਸ਼ਤਾ, ਹੋਸੀ ਆਏ ਤਈ। ਆਵਣ ਜਾਨਾ ਸੁੱਜਈ, ਭੀੜੀ ਗਲੀ ਫਹੀ।
ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਸ਼ਬਦ ਉਹ ਗਾਉਂਦੇ ਸਨ ਪ੍ਰੇਮ ਵਿੱਚ ਭਿੱਜ ਕੇ। ਜਦੋਂ ਇਹਨੇ ਸੁਣਿਆ, ਇਹ ਕਰੋੜਮੱਲ ਖੱਤਰੀ ਬੜਾ ਆਕੜਿਆ ਹੋਇਆ ਗੁੱਸੇ ਵਿੱਚ ਕਹਿਣ ਲੱਗਾ ਵੀ ਜਿਹੜੇ ਕੋਲ ਹੀ ਭੜੂਏ ਬੈਠੇ ਸਨ ਇਹਦੇ ਵਰਗੇ ਮੂਰਖ। ਆਂਦਾ ਵੇਖੋ ਓਏ, ਗੁਰੂ ਨਾਨਕ ਸਾਹਿਬ ਨੇ ਹਿੰਦੂ ਵੀ ਜਿਹੜੇ ਖੱਜਰ ਖੁਆਰ ਕਰ ਦਿੱਤੇ। ਮੈਂ ਤਾਂ ਵੇਖਦਾ ਸੀ ਵੀ ਮੁਸਲਮਾਨਾਂ ਦਾ ਧਰਮ ਮਾਣ ਗਿਆ ਹੈ ਅਤੇ ਇੱਧਰ ਤੇ ਹਿੰਦੂਆਂ ਦੀ ਖੱਜਰ ਖੁਆਰੀ ਕਰ ਦਿੱਤੀ ਹੈ। ਉੱਚੀ ਦੇ ਕਹਿੰਦਾ ਜੋਗੀਆਂ ਨੂੰ, ਕਹਿੰਦਾ ਕੌਣ ਹੈ ਗੁਰੂ ਨਾਨਕ? ਮੈਂ ਨਹੀਂ ਵੇਖਿਆ, ਮੈਂ ਨਹੀਂ ਜਾਣਦਾ ਉਹ ਕੌਣ ਹੈ। ਇਵੇਂ ਸਾਧ ਸੰਗਤ ਜੀ ਅਰਲ ਬਰਲ ਮੂੰਹ ਬੋਲਿਆ। ਇਸਨੇ ਬੜਾ ਬਕਵਾਸ ਕਰਦਾ ਸੀ ਹੱਦ ਤੋਂ ਵੱਧ। ਫਿਰ ਇਹ ਜਿਹੜੇ ਕੋਲ ਬੈਠੇ ਮੂਰਖ ਉਹਨਾਂ ਨੂੰ ਕਹਿੰਦਾ ਵੀ ਕੀ ਗੁਰੂ ਨਾਨਕ ਸਾਹਿਬ ਨੇ ਕੀਤਾ ਐਸਾ ਜਿਨ੍ਹਾਂ ਦੀ ਹਿੰਦੂ ਵੀ ਤੁਰਕ ਵੀ ਵਡਿਆਈ ਕਰੀ ਜਾਂਦੇ। ਮੈਂ ਤਾਂ ਇਹੀ ਸਮਝਦਾ ਵੀ ਜਿਹੜੀ ਸੰਸਾਰ ਦੀ ਭੇਡਾਂ ਚਾਲ ਹੈ, ਜਿਵੇਂ ਸੰਸਾਰ ਵਿੱਚ ਜਿਵੇਂ ਭੇਡਾਂ ਹੁੰਦੀਆਂ ਇੱਕ ਦੇ ਪਿੱਛੇ ਇੱਕ ਲੱਗ ਜਾਂਦੀ ਹੈ, ਐਵੇਂ ਦੇਖੋ ਦੇਖੀ ਲੋਕ ਪਿੱਛੇ ਲੱਗੀ ਜਾਂਦੇ। ਕਹਿੰਦਾ ਵੀ ਮੈਂ ਉਹਨਾਂ ਨੂੰ ਫੜਾਂਗਾ, ਫੜ ਕੇ ਲਿਆਵਾਂਗਾ ਅਤੇ ਰੋਕਾਂਗਾ ਉਹਨਾਂ ਦੇ ਸਾਰੇ ਕੰਮ, ਇਹਨਾਂ ਦੀ ਇਹ ਰੀਤਾਂ ਸਾਰੀਆਂ ਰੋਕਾਂਗਾ। ਇਵੇਂ ਇਹਨੇ ਆਪਣੇ ਸੇਵਕ ਨੂੰ ਆਵਾਜ਼ ਦਿੱਤੀ, ਤਿਆਰੀ ਕਰ ਲਈ ਸਾਧ ਸੰਗਤ ਦੀ ਚੜ੍ਹਾਈ ਕਰਨ ਵਾਸਤੇ। ਕਹਿੰਦਾ ਵੀ ਤੂੰ ਘੋੜੀ ਲਿਆ ਅਤੇ ਕਾਠੀ ਪਾ ਕੇ ਹੁਣੇ ਮੈਂ ਜਾਵਾਂਗਾ। ਉਹਨੇ ਘੋੜੀ ਲੈ ਆਂਦੀ ਸਜਾ ਕੇ, ਬੜੀ ਕਾਠੀ ਪਾ ਕੇ। ਜਦੋਂ ਇਹ ਭੈੜੀ ਮੱਤ ਵਾਲਾ ਹੰਕਾਰੀ ਕਰੋੜੀ ਮੱਲ ਘੋੜੀ 'ਤੇ ਚੜ੍ਹਨ ਲੱਗਿਆ, ਰਕਾਬ 'ਚ ਪੈਰ ਪਾ ਕੇ, ਹਰ ਜੀਓ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵਹਿ। ਪਰਮੇਸ਼ਰ ਨੂੰ ਹੰਕਾਰ ਨਹੀਂ ਨਾ ਭਾਉਂਦਾ। ਰਕਾਬ 'ਚ ਪੈਰ ਪਾਇਆ, ਘੋੜੀ ਨੇ ਜਿਹੜਾ ਫੜਕਾਟਾ ਜਿਹਾ ਮਾਰਿਆ, ਇਹ ਧਰਤੀ 'ਤੇ ਧੜਮ ਕਰਦਾ ਡਿੱਗਿਆ, ਦੀ ਪੱਗ ਜੀ ਉੱਥੇ ਲੈ ਗਈ। ਫਿਰ ਕਹਿੰਦਾ ਬੜਾ ਕੁ ਸਗਨ ਹੋ ਗਿਆ ਏ, ਕੋਈ ਨਹੀਂ ਹੁਣ ਮੈਂ ਬਾਅਦ 'ਚ ਵੇਖਾਂਗਾ। ਦੂਸਰਿਆਂ ਨੇ ਸਮਝਾਇਆ ਵੀ ਉਹ ਸਮਝਾ ਖੱਤਰੀਆ, ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ, ਐਵੇਂ ਨਾ ਤੂੰ ਕੁਝ ਬੋਲ। ਕਹਿੰਦਾ ਚੁੱਪ ਕਰੋ ਓਏ, ਆ ਮੈਂ ਦਿਨ ਨਹੀਂ ਚੜ੍ਹਨ ਦਿਆਂਗਾ, ਸਵੇਰੇ ਜਾਵਾਂਗਾ, ਅੱਜ ਤਾਂ ਨਹੀਂ ਜਾਵਾਂਗਾ। ਅਗਲੇ ਦਿਨ ਇਹਨੇ ਤਿਆਰੀ ਕਰ ਲਈ। ਇਹਦੇ ਨਾਲ ਹੋਰ ਵੀ ਬੜੇ ਇਕੱਠੇ ਹੋ ਗਏ ਚੰਡਾਲ ਚੌਂਕੜੀ। ਕੁਝ ਸਿਆਣੇ ਵੀ ਸਨ, ਭਲੇ ਵੀ ਸਨ, ਸਾਰੇ ਇੱਕੋ ਜਿਹੇ ਤਾਂ ਹੁੰਦੇ ਨਹੀਂ। ਜਦੋਂ ਇਹ ਸਾਧ ਸੰਗਤ ਜੀ ਚੱਲਿਆ ਜਾ ਰਿਹਾ ਹੈ, ਕਰਤਾਰਪੁਰ ਸਾਹਿਬ ਵਾਲਾ ਸਥਾਨ ਆਉਣ ਹੀ ਵਾਲਾ, ਨੇੜੇ ਥੋੜ੍ਹੀ ਦੂਰ ਰਹਿ ਗਏ ਸਤਿਗੁਰੂ ਜੀ, ਉਦੋਂ ਹੀ ਇਹ ਅੰਨਾ ਹੋ ਗਿਆ। ਇਹਨੂੰ ਦਿਖੇ ਕੱਖ ਨਾ। ਜਦੋਂ ਅੰਨਾ ਹੋ ਗਿਆ ਤਾਂ ਇਹਨੇ ਮਨ ਵਿੱਚ ਹੀ ਕਲਾ ਜਾਣ ਲਈ। ਕਹਿੰਦਾ ਵੀ ਮਨਾ, ਗੁਰੂ ਨਾਨਕ ਸਾਹਿਬ ਤਾਂ ਬੜੀ ਤਾਕਤ ਵਾਲੇ ਹੈ, ਉਹ ਗੁਣਾਂ ਦੀ ਖਾਣ ਹੈ, ਅਤੇ ਤੂੰ ਕਿਹਨਾਂ ਨੂੰ ਮਾੜਾ ਕਹਿੰਦਾ ਫਿਰਦਾ, ਮਾੜੀ ਕੀਤੀ ਤੂੰ। ਫਿਰ ਜਦੋਂ ਡਿੱਗ ਡੋਲੇ ਜੇ ਖਾਵੇ, ਪੈਰ 'ਤੇ ਪੈਰ ਵੱਜੇ, ਦੂਸਰਿਆਂ ਨੇ ਜਾਣ ਲਿਆ ਇਹਨੂੰ ਕਿ ਇਹਦੇ ਕੋਈ ਗੜਬੜੀ ਹੋ ਗਈ ਲੱਗਦੀ। ਅਤੇ ਇਹ ਹੁਣ ਅੰਨਾ ਹੋਇਆ ਸੀ। ਫਿਰ ਉੱਚੀ ਉੱਚੀ ਕਹਿਣ ਲੱਗਾ, ਲੋਕੋ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਲੈ ਕੇ ਜਾਓ ਅਤੇ ਉੱਥੇ ਭੁੱਲ ਬਖਸ਼ਾਓ, ਮੇਰੇ ਉੱਥੇ ਗੁਨਾਹ ਬਖਸ਼ਾਓ। ਉੱਥੇ ਜਾ ਕੇ ਮੇਰੇ ਕੋਲ ਭੁੱਲ ਹੋ ਗਈ ਹੈ, ਬੜੀ ਤਗੜੀ ਗਲਤੀ ਹੋ ਗਈ। ਉਹ ਨਾਲ ਦੇ ਸਿਆਣੇ ਕਹਿਣ ਲੱਗਿਆ ਤੇ ਹੁਣ ਤੈਨੂੰ ਯਕੀਨ ਹੋ ਗਿਆ, ਤਸੱਲੀ ਤੇਰੀ ਹੋ ਗਈ। ਹੁਣ ਤੂੰ ਕਹਿਣਾ ਸੀ ਮੈਂ ਗੁਰੂ ਸਾਹਿਬ ਨੂੰ ਫੜ ਕੇ ਲਿਆਉਣਾ, ਕਹਿੰਦੇ ਹੁਣ ਫੜ। ਕਹਿੰਦਾ ਨਹੀਂ ਨਹੀਂ, ਮੇਰੇ ਕੋਲ ਭੁੱਲ ਹੋ ਗਈ, ਮੈਨੂੰ ਹੁਣ ਫੜ ਕੇ ਖੜੋ ਤੁਸੀਂ। ਉਹ ਫਿਰ ਕਈਆਂ ਨੇ ਫੜ ਕੇ ਖੜਿਆ, ਗੁਰੂ ਸਾਹਿਬ ਜੀ ਚਰਨਾਂ ਵਿੱਚ ਮੱਥਾ ਟੇਕਿਆ, ਆਪਣੀ ਸਾਧ ਸੰਗਤ ਜੀ ਭੁੱਲ ਬਖਸ਼ਾਈ, ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਢਹਿ ਪਿਆ। ਮਹਾਰਾਜ ਬਖਸ਼ਣਹਾਰ ਦੀਨ ਦਿਆਲਤਾ ਸਰੂਪ ਵਿੱਚ ਆਏ। ਇਹਨੂੰ ਕਿਹਾ ਵੀ ਖੱਤਰੀ ਹੁਣ ਤੂੰ ਨੇਤਰ ਖੋਲ੍ਹ ਅਤੇ ਤਾਂ ਨੂੰ ਉੱਠ। ਜਦੋਂ ਇਹ ਉੱਠਿਆ ਹੈ, ਸਾਧ ਸੰਗਤ ਜੀ ਦੇ ਨੇਤਰਾਂ ਦੀ ਜੋਤ ਫਿਰ ਪਹਿਲਾਂ ਵਾਂਗ ਹੀ ਹੋ ਗਈ, ਠੀਕ ਠਾਕ ਚੰਗਾ ਭਲਾ ਹੋ ਗਿਆ। ਫਿਰ ਉੱਠ ਕੇ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੇਰੇ ਕੋਲ ਭੁੱਲ ਹੋ ਗਈ, ਮੇਰੀ ਭੁੱਲ ਬਖਸ਼ੋ। ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਾਹੀਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ।
ਮਹਾਰਾਜ ਅਸੀਂ ਭੁੱਲਣਹਾਰ ਜੀਵ ਹਾਂ, ਅਕਲ ਦੇ ਅੰਧੇ ਹਾਂ, ਬੇਸਮਝ ਹਾਂ। ਅਸੀਂ ਜਾਣਦੇ ਨਹੀਂ ਹਾਂ ਵੀ ਪਰਮਾਤਮਾ ਨਾਲ ਕਿਵੇਂ ਵਿਚਰੀਦਾ ਹੈ। ਗਲਤੀ ਹੋ ਗਈ, ਮਹਾਰਾਜ ਬਖਸ਼ੋ। ਹੁਣ ਗਲਤੀ ਬਖਸ਼ ਕੇ ਮੈਨੂੰ ਸਿੱਖ ਬਣਾਓ ਆਪਣਾ। ਜਿਹੜੀ ਭੇਟਾ ਹੈ ਉਹ ਲੈ ਲਓ ਮੇਰੀ। ਗੁਰੂ ਸਾਹਿਬ ਜੀ ਨੂੰ ਕਹਿੰਦਾ, ਮਹਾਰਾਜ ਜਿਹੜੀ ਧਰਤੀ 'ਤੇ ਤੁਸੀਂ ਬੈਠੇ ਹੋਏ ਹੋ ਇਹਦੀ ਮਾਲਕੀ ਮੇਰੇ ਹੱਥ ਵਿੱਚ ਹੀ ਹੈ। ਇਹ ਧਰਤੀ ਤੁਸੀਂ ਲੈ ਲਓ, ਧਰਮ ਦੀ ਜਗ੍ਹਾ ਬਣਾਓ। ਸਾਧੂ ਸੰਤ ਆਉਂਦੇ, ਉਹਨਾਂ ਨੂੰ ਭੋਜਨ ਛਕਾਓ, ਆਪ ਵੀ ਛਕੋ ਛਕਾਓ। ਮੈਂ ਧਰਮਸ਼ਾਲਾ ਬਣਵਾ ਦੇਣਾ। ਗੁਰੂ ਸਾਹਿਬ ਕਹਿੰਦੇ ਵੀ ਕਰੋੜ ਮੱਲ ਖੱਤਰੀ, ਚੱਲ ਕੋਈ ਨਹੀਂ, ਜੋ ਭੁੱਲ ਹੋ ਗਈ ਤੇਰੀ ਬਖਸ਼ ਦਿੱਤੀ ਹੈ। ਅਤੇ ਹੁਣ ਕਹਿੰਦੇ ਹੈ ਵੀ ਸਤਿਗੁਰੂ ਵੀ ਲੈ ਤੂੰ ਸੇਵਾ ਕਰ ਲਾ, ਤੈਨੂੰ ਕੋਈ ਨਹੀਂ ਰੋਕੇਗਾ। ਫਿਰ ਇਹਨੇ ਸਾਧ ਸੰਗਤ ਜੀ ਧਰਮ ਦੀ ਜਗ੍ਹਾ ਸੋਹਣੀ ਕਾਇਮ ਕਰ ਦਿੱਤੀ। ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ ਵੀ ਆਪ ਜੀ ਨਾਮ ਰੱਖੋ। ਫਿਰ ਸਾਧ ਸੰਗਤ ਜੀ ਉਸ ਥਾਂ ਦਾ ਨਾਮ ਸ੍ਰੀ ਕਰਤਾਰਪੁਰ ਸਾਹਿਬ ਗੁਰੂ ਸਾਹਿਬ ਜੀ ਨੇ ਰੱਖਿਆ, ਜਿਹੜਾ ਅੱਜ ਕੱਲ੍ਹ ਬੜਾ ਸੋਹਣਾ ਸਥਾਨ ਹੈ। ਇਵੇਂ ਗੁਰੂ ਮਹਾਰਾਜ ਨੇ ਕਰਤਾਰਪੁਰ ਸਾਹਿਬ ਵਸਾਇਆ। ਭਾਈ ਗੁਰਦਾਸ ਜੀ ਲਿਖਦੇ ਹੈ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਕਹਿੰਦੇ ਵੀ ਭੇਖ ਉਦਾਸੀਆਂ ਵਾਲਾ ਸਾਰਾ ਉਤਾਰ ਦਿੱਤਾ, ਕਰਤਾਰਪੁਰ ਵਸਾ ਦਿੱਤਾ। ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਸੰਸਾਰੀ ਕੱਪੜੇ ਪਹਿਨ ਕੇ ਗ੍ਰਹਿਸਥੀਆਂ ਵਾਲੇ ਭੰਗਵੇਂ ਵਸਤਰ ਉਤਾਰ ਕੇ ਅਤੇ ਗੁਰੂ ਸਾਹਿਬ ਜੀ ਮੰਜੀ ਕਹੀਏ ਸਿੰਘਾਸਣ ਸਾਹਿਬ ਤਖਤਾਂ 'ਤੇ ਬੈਠ ਕੇ ਬੇਅੰਤ ਜੀਵਾਂ ਦਾ ਉਤਾਰਾ ਪਾਰ ਉਤਾਰਾ ਕੀਤਾ। ਗੁਰੂ ਅਰਜਨ ਸਾਹਿਬ ਜੀ ਲਿਖਦੇ ਹੈ, ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਇਹ ਕਰਤਾਰਪੁਰ ਦੇ ਵਿੱਚ ਕਰਤਾ ਕਹੀਏ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਆਪ ਵਸਦੇ ਹੈ ਸੰਤਾਂ ਦੇ ਪਾਸ। ਉਹ ਐਸੀ ਸੋਹਣੀ ਨਗਰੀ ਵਸਾਈ ਜਿਹੜੀ ਅੱਜ ਕੱਲ੍ਹ ਪਾਕਿਸਤਾਨ ਵਿੱਚ ਆ ਗਈ ਹੈ, ਅਤੇ ਜੋ ਕਿ ਹੁਣ ਅੱਜ ਕੱਲ੍ਹ ਉਹਦੇ ਦਰਸ਼ਨ ਕਰਨ ਨੂੰ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਨਾਲ ਮਿਲ ਰਹੇ ਹੈ। ਇੱਥੇ ਆ ਕੇ ਜਿਵੇਂ ਸਾਹਿਬ ਗੁਰੂ ਮਹਾਰਾਜ ਜੀ ਨੇ ਹੋਰ ਬੇਅੰਤ ਕੌਤਕ ਕੀਤੇ, ਉਹ ਪ੍ਰਸੰਗ ਅੱਜ ਆ ਰਹੇ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਹੈ ਉਹ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਹਾਂ ਜਹਾਂ ਸੁਨਹਾ ਸਿੱਖ ਸਭ ਆਵਹਿ। ਜਦੋਂ ਕਰੋੜ ਮੱਲ ਖੱਤਰੀ ਇਵੇਂ ਗੁਰੂ ਸਾਹਿਬ ਜੀ ਦੀ ਸੇਵਾ ਕਰਕੇ ਬ੍ਰਹਮ ਗਿਆਨ ਲੈ ਕੇ ਲਾਹੌਰ ਵਿੱਚ ਚਲਿਆ ਗਿਆ। ਉੱਥੇ ਵੀ ਇਹਨੇ ਬੜਾ ਪ੍ਰਚਾਰ ਕੀਤਾ ਵੀ ਭਾਈ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ ਅੱਜ ਕੱਲ੍ਹ ਦੇ ਸਮੇਂ ਵਿੱਚ, ਅਤੇ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਉਹਦੇ ਮਹਾਨ ਗੁਰੂ ਹੈ। ਇਹ ਲਾਹੌਰ ਵਿੱਚ ਪ੍ਰਚਾਰ ਕਰਨ ਲੱਗ ਪਿਆ, ਗੁਰੂ ਜੀ ਦੀ ਮਹਿਮਾ ਗਾਉਣ ਲੱਗ ਪਿਆ। ਇੱਧਰ ਕਰਤਾਰਪੁਰ ਸਾਹਿਬ ਦੇ ਆਸੇ ਪਾਸੇ ਜਿੰਨੇ ਨਗਰ ਸ਼ਹਿਰ ਸਨ ਉੱਥੇ ਗੁਰੂ ਜੀ ਦੀ ਮਹਿਮਾ ਜਸ ਫੈਲ ਗਿਆ। ਇਵੇਂ ਜਿੱਥੇ ਜਿੱਥੇ ਵੀ ਸੁਣਦੇ ਆ ਸਿੱਖ ਸਾਰੇ ਬੜੀ ਛੇਤੀ ਨਾਲ ਤਿਆਰੀਆਂ ਕਰ ਆਉਂਦੇ ਹੈ। ਰਹਿ ਨਿਕਟ ਸੇਵਾ ਸੁਖ ਪਾਵਹਿ। ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਰਹਿੰਦੇ ਆ, ਸੇਵਾ ਕਰਦੇ ਆ ਅਤੇ ਸੁੱਖ ਪਾਉਂਦੇ ਹਨ ਸਭ ਪ੍ਰਕਾਰ ਦੇ। ਬਾਹਰ ਸੁਲੱਖਣੀ ਸਭ ਸੁਖ ਸਾਨੀ। ਫਿਰ ਜੋ ਮਾਤਾ ਸੁਲੱਖਣੀ ਜੀ ਹੈ ਸਾਰੇ ਸੁੱਖਾਂ ਦੇ ਸੰਯੁਕਤ, ਸਾਰੇ ਸੁੱਖਾਂ ਵਿੱਚ ਮਿਲੀ ਹੋਈ। ਆਇਸ ਪਤ ਕੀ ਪਾਏ ਸਿਆਣੀ। ਇਵੇਂ ਮਾਤਾ ਸੁਲੱਖਣੀ ਜੀ ਸਿਆਣੇ ਸਨ, ਪਤੀ ਕਹੀਏ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਪਾ ਕਰਕੇ। ਦੋਨੋਂ ਸਤ ਲੈ ਕਰ ਨਿਜ ਸਾਥਾ। ਜੋ ਦੋਨੋਂ ਪੁੱਤਰ ਹੈ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ,
ਉਹਨਾਂ ਨੂੰ ਆਪਣੇ ਨਾਲ ਲੈ ਕਰਕੇ ਆਈ ਚੱਲ ਸਮੀਪ ਜਗਨਾਥਾ। ਜੋ ਸੰਸਾਰ ਦੇ ਮਾਲਕ ਹੈ ਗੁਰੂ ਨਾਨਕ ਸਾਹਿਬ ਸਤਿਗੁਰ ਜੀ ਦੇ ਪਾਸ ਚੱਲ ਕੇ ਮਾਤਾ ਦੋਵੇਂ ਪੁੱਤਰਾਂ ਦੇ ਸਮੇਤ ਆਪਣੇ ਪੇਕੇ ਜਿਹੜੇ ਹੈ ਪੱਖੋ ਕੇ ਰੰਧਾਵਾ ਬਟਾਲੇ ਸ਼ਹਿਰ ਨੂੰ ਛੱਡ ਕੇ ਤੇ ਇੱਥੇ ਕਰਤਾਰਪੁਰ ਆ ਗਏ। ਸੁੰਦਰ ਸਦਨ ਤਹਾਂ ਬਨਵਾਏ। ਸਤਿਗੁਰ ਜੀ ਨੇ ਇਹਨਾਂ ਦੇ ਆਉਣ ਤੋਂ ਪਹਿਲਾਂ ਸੋਹਣੇ ਜਿਹੜੇ ਘਰ ਮਕਾਨ ਬਣਵਾਏ ਸਨ। ਰਹਿਣ ਲੱਗੇ ਸੁਖ ਭੇ ਮਨ ਪਾਏ। ਸਭ ਪਰਿਵਾਰ ਹੀ ਸੁੱਖ ਨਾਲ ਰਹਿਣ ਲੱਗੇ ਤੇ ਮਨ ਭਾਉਂਦੇ ਸੁੱਖ ਪਾਉਣ ਲੱਗੇ। ਬਣੀ ਬਹੁਤ ਨੇਕੀ ਧਰਮਸ਼ਾਲਾ। ਤੇ ਜਿਹੜੀ ਧਰਮਸ਼ਾਲਾ ਧਰਮ ਦੀ ਜਗ੍ਹਾ ਸੀ ਕਰਤਾਰਪੁਰ ਉਹ ਤੇ ਬਹੁਤ ਹੀ ਚੰਗੀ ਬਣੀ ਹੋਈ ਸੀ। ਬੈਠਾ ਤਿਹ ਕੇ ਬੀਚ ਕਿਰਪਾਲਾ। ਜਿਸ ਧਰਮਸ਼ਾਲਾ ਵਿੱਚ ਕਿਰਪਾਲੂ ਦਿਆਲੂ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ ਸਨ। ਨਿਸ ਬਾਸਰ ਹੋਇਆ ਕੀਰਤਨ ਭਾਰੀ। ਰਾਤ ਦਿਨ ਬੜਾ ਭਾਰੀ ਕੀਰਤਨ ਹੁੰਦਾ ਸੀ। ਵਾਹਿਗੁਰੂ ਦਾ ਹਰੀ ਜਾਸੀ ਹੋ ਰਿਹਾ ਸੀ। ਪੜ੍ਹ ਸ਼ਬਦ ਪਨ ਕਰਹ ਵਿਚਾਰੀ। ਕੁਝ ਗੁਰੂ ਕੇ ਸਿੱਖ ਗੁਰਬਾਣੀ ਪੜ੍ਹਦੇ ਐ, ਕੁਝ ਸ਼ਬਦ ਸੁਣਦੇ ਐ, ਕੁਝ ਸ਼ਬਦਾਂ ਦੀ ਵਿਚਾਰ ਵਟਾਂਦਰਾ ਕਰਦੇ ਐ, ਕਥਾ ਵੀ ਕਰਾਈ ਜਾਂਦੇ ਹਨ। ਵਹ ਬਹੁਤ ਆਨਕ ਸ਼ਿਕਾਰੀ। ਐਵੇਂ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬਹੁਤ ਹੀ ਗੁਰੂ ਕੇ ਸਿੱਖ ਜਿਹੜੇ ਖੇਤੀ ਕਰਨ ਵਾਲੇ ਜ਼ਿਮੀਂਦਾਰ ਹੈ ਉਹ ਅੰਨ ਲਿਆਉਂਦੇ ਆ ਵੀ ਅੰਨ ਬੀਜਦੇ ਬਹੁਤੇ। ਪਾ ਕੇ ਤੇ ਜਬ ਹੋਏ ਤਿਆਰੀ। ਜਦੋਂ ਅੰਨ ਅਨਾਜ ਪੱਕ ਜਾਂਦਾ ਤੇ ਕੱਟਣ ਦੀ ਤਿਆਰੀ ਹੋ ਜਾਂਦੀ ਤੇ ਕੱਟ ਲਿਆਉਂਦੇ ਹੈ। ਅੰਨ ਸਤਿਗੁਰ ਕੇਰ ਅਗਾਰੀ। ਸਤਿਗੁਰ ਜੀ ਦੇ ਅੱਗੇ ਉਹ ਸਾਰਾ ਅੰਨ ਜਿਹੜਾ ਵੱਢ ਕੇ ਲੈ ਆਉਂਦੇ ਐ। ਦੇਗ ਚਲਾਵਹ ਤਿਹ ਠਾ ਭਾਰੀ। ਕਿਉਂਕਿ ਉਸ ਥਾਂ ਸ੍ਰੀ ਕਰਤਾਰਪੁਰ ਸਾਹਿਬ ਵਾਲੇ ਸਥਾਨ 'ਤੇ ਜਿਹੜੇ ਲੰਗਰ ਬੜੇ ਤਕੜੇ ਚੱਲਦੇ ਹਨ। ਭੁੱਖਾ ਰਹਿਣ ਨਾ ਪਾਵੈ ਕੋਈ। ਜੋ ਵੀ ਉੱਚਾ ਨੀਵਾਂ ਗਰੀਬ ਮਾਤੜ ਸਾਧੂ ਸੰਤ ਸਿੱਖ ਸੇਵਕ ਆਉਂਦੇ ਹੈ ਕੋਈ ਵੀ ਲੰਗਰ ਭੋਜਨ ਤੋਂ ਬਿਨਾਂ ਭੁੱਖਾ ਨਹੀਂ ਰਹਿੰਦਾ। ਸਰਬ ਕਾਲ ਮਹਿ ਭੋਜਨ ਹੋਈ। ਕਿਉਂਕਿ ਸਾਰੇ ਸਮਿਆਂ ਵਿੱਚ ਹੀ ਭੋਜਨ ਛਕਣ ਨੂੰ ਪ੍ਰਾਪਤ ਹੁੰਦਾ ਸੀ। 24 ਘੰਟੇ ਲੰਗਰ ਸੀ। ਇਕੱਠੇ ਭਏ ਲੋਗ ਬਹੁ ਆਈ। ਜਿਸ ਕਰਕੇ ਬਹੁਤ ਸਿੱਖ ਸੇਵਕ ਹੋਰ ਲੋਕ ਇੱਥੇ ਕਰਤਾਰਪੁਰ ਸਾਹਿਬ ਆਣ ਕੇ ਇਕੱਠੇ ਹੋਣ ਲੱਗੇ। ਦਰਸ਼ਨ ਕਰਹਿ ਜਨਮ ਫਲ ਪਾਈ। ਗੁਰੂ ਸਾਹਿਬ ਜੀ ਦਾ ਪਵਿੱਤਰ ਦਰਸ਼ਨ ਕਰਦੇ ਹੈ। ਜੋ ਮਨੁੱਖਾ ਜਨਮ ਦਾ ਅਸਲੀ ਫਲ ਹੈ ਨਾ ਵੀ ਮੁਕਤੀ ਪ੍ਰਾਪਤ ਕਰਨੀ ਉਹ ਪ੍ਰਾਪਤ ਕਰਦੇ ਹੈ, ਜਨਮ ਨੂੰ ਸਫਲਾ ਕਰਦੇ ਹੈ। ਹੁਤ ਕਰਮ ਕਾਂਡੀ ਇੱਕ ਦਿਸ ਬਰ। ਇੱਥੇ ਨੇੜੇ ਤੇੜੇ ਇੱਕ ਕਰਮ ਕਾਂਡੀ ਬ੍ਰਾਹਮਣ ਹੈ ਸੀ, ਬੜਾ ਪੜ੍ਹਿਆ ਲਿਖਿਆ। ਸਤਿਗੁਰ ਢਿਗ ਆਇਓ ਤਬ ਚੱਲ ਕਰ। ਉਹ ਕਰਮ ਕਾਂਡੀ ਬ੍ਰਾਹਮਣ ਚੱਲਦਾ ਚੱਲਦਾ ਇੱਥੇ ਸਤਿਗੁਰ ਜੀ ਦੇ ਪਾਸ ਹੀ ਆ ਗਿਆ ਇੱਕ ਦਿਨ। ਆਨ ਅਸੀਰਬਾਦ ਕੋ ਕੀਨਾ। ਬ੍ਰਾਹਮਣ ਹੋਣ ਦੇ ਨਾਂ 'ਤੇ ਵੀ ਬ੍ਰਾਹਮਣ ਜਗਤ ਹੈ ਗੁਰੂ ਕਾ ਤੇ ਜਗਤ ਦਾ ਗੁਰੂ ਹੈ ਬ੍ਰਾਹਮਣ। ਤੇ ਆਣ ਕੇ ਆਸ਼ੀਰਵਾਦ ਦੇਣਾ ਕੀਤੀ। ਸਤਿਗੁਰ ਜੀ ਨੂੰ ਕਿਹਾ ਵੀ ਤੁਸੀਂ ਚਿਰੰਜੀਵੀ ਜੀਓ, ਲੰਬੀਆਂ ਵੱਡੀਆਂ ਉਮਰ ਹੋਣ ਤੁਹਾਡੀਆਂ। ਭੂਖ ਬਿਖਾਸ ਹੋਤ ਅਧੀਨਾ। ਉਹ ਕਰਮ ਕਾਂਡੀ ਹੋਣ ਵਾਸਤੇ ਵੀ ਇੱਧਰੋਂ ਉੱਧਰੋਂ ਨਹੀਂ ਸੀ ਸਕਦਾ ਜਿੱਥੋਂ ਮਰਜ਼ੀ। ਇਸ ਕਰਕੇ ਵਿਚਾਰਾ ਕਰਮ ਕਾਂਡੀ ਬ੍ਰਾਹਮਣ ਭੁੱਖ ਕਰਕੇ ਬਹੁਤ ਅਧੀਨ ਦੁਖੀ ਹੋਇਆ ਪਿਆ ਸੀ। ਤਿਹਾਸ਼ਨ ਦੇਖ ਰਸੋਈ ਤਿਆਰੀ। ਉਸ ਸਮੇਂ ਸਤਿਗੁਰੂ ਨਾਨਕ ਸਾਹਿਬ ਜੀ ਲੰਗਰ ਤਿਆਰ ਹੋਇਆ ਦੇਖ ਕੇ ਦਿਜ ਸਾ ਸ੍ਰੀ ਗੁਰ ਗਿਰਾ ਉਚਾਰੀ। ਬ੍ਰਾਹਮਣ ਦੇ ਨਾਲ ਗੁਰੂ ਮਹਾਰਾਜ ਜੀ ਨੇ ਬਚਨ ਉਚਾਰ ਕੇ ਕਿਹਾ ਸ਼ੁਦਾ ਅਹ ਜੇ ਉਦਰ ਮਝਾਰਾ। ਐ ਵੀ ਬ੍ਰਾਹਮਣ ਜੇ ਤੇਰੇ ਪੇਟ ਵਿੱਚ
ਬੜੀ ਭੁੱਖ ਲੱਗੀ ਹੋਈ ਹੈ। ਅਚ ਆਹਾਰ ਬਨਿਓ ਅਬ ਤਿਆਰਾ। ਆ ਗੁਰੂ ਕੇ ਲੰਗਰਾਂ ਵਿੱਚ ਹੁਣੇ ਹੁਣੇ ਭੋਜਨ ਬਣਿਆ ਹੋਇਆ ਤਿਆਰ ਹੋਇਆ ਹੈ, ਉਹ ਤੁਸੀਂ ਛਕੋ। ਤਿਜ ਬੋਲਿਓ ਹਾਂ ਖਾਤ ਨਾ ਆਸੇ। ਇਹ ਬ੍ਰਾਹਮਣ ਕਰਮ ਕਾਂਡੀ ਸੀ, ਬੋਲਿਆ ਮਹਾਰਾਜ ਮੈਂ ਇਸ ਤਰ੍ਹਾਂ ਤੇ ਨਹੀਂ ਖਾਂਦਾ ਹੁੰਦਾ। ਬਿਨ ਸੰਜਮ ਪਾ ਭੋਜਨ ਜਾਸੇ। ਜੇ ਇਸ ਤਰ੍ਹਾਂ ਇਹ ਤੁਹਾਡੇ ਲੰਗਰਾਂ ਵਿੱਚ ਬਿਨਾਂ ਸੰਜਮ ਬੇਮਰਿਆਦਾ ਹੀ ਭੋਜਨ ਬਣਿਆ ਹੋਇਆ ਹੈ, ਅਤੇ ਵੀ ਉਂਝ ਤੇ ਗੁਰੂ ਸਾਹਿਬ ਜੀ ਦੇ ਲੰਗਰਾਂ ਵਿੱਚ ਮਰਿਆਦਾ ਨਾਲ ਹੀ ਭੋਜਨ ਬਣਿਆ ਹੋਇਆ ਸੀ, ਪਰ ਇਹ ਕਰਮ ਕਾਂਡੀ ਸੀ, ਜਿਵੇਂ ਆਪਣੇ ਮੁਤਾਬਕ ਚੱਲਦਾ ਸੀ ਉਸ ਮੁਤਾਬਕ ਕਹਿਣ ਲੱਗਾ ਵੀ ਜਿਵੇਂ ਆਪ ਜੀ ਦੇ ਲੰਗਰਾਂ ਵਿੱਚ ਭੋਜਨ ਬਿਨਾਂ ਬੇਮਰਿਆਦਾ ਹੀ ਬਣਿਆ ਤਿਆਰ ਹੋਇਆ ਹੈ। ਕਰਮ ਕਾਂਡ ਕੇ ਮੈਂ ਅਨਸਾਰਾ। ਗੁਰੂ ਨਾਨਕ ਸਾਹਿਬ ਜੀ ਮੈਂ ਤੇ ਜੋ ਵੇਦਾਂ ਵਿੱਚ ਲਿਖੇ ਹੋਏ ਨਾ ਕਰਮ ਕਾਂਡ 70,000 ਸੁਰਤੀ ਲਿਖੀ ਹੋਈ ਕਰਮ ਕਾਂਡ ਦੀ, ਮੈਂ ਉਹਨਾਂ ਕਰਮਾਂ ਕਾਂਡਾਂ ਦੇ ਅਨੁਸਾਰ ਹੀ ਹਾਂ, ਭਾਵ ਮੈਂ ਕਰਮ ਕਾਂਡੀ ਹਾਂ। ਆਤ ਸੋਚ ਸੋ ਨਿਤ ਕਰਾਂ ਆਹਾਰਾ। ਇਹ ਮੈਂ ਕਿਸੇ ਦਾ ਬਣਾਇਆ ਹੋਇਆ ਭੋਜਨ ਨਹੀਂ ਛਕਦਾ, ਹਮੇਸ਼ਾ ਹੀ ਬੜੀ ਪਵਿੱਤਰਤਾਈ ਸੁਚਮਤਾਈ ਨਾਲ ਆਪ ਹੀ ਭੋਜਨ ਤਿਆਰ ਕਰਕੇ ਛਕਦਾ ਹਾਂ। ਧਰਨੀ ਕੋ ਖੁਨ ਕਾ ਇੱਕ ਹਾਥਾ। ਪਹਿਲਾਂ ਤੇ ਮੈਂ ਇੱਕ ਹੱਥ ਭਾਵ 1.5 ਫੁੱਟ ਧਰਤੀ ਜਿਹੜੀ ਪੁੱਟ ਕੇ, ਚੌਂਕਾ ਦੇਵਾਂ ਗੋਬਰ ਸਾਥਾ। ਫਿਰ ਚੰਗੀ ਤਰ੍ਹਾਂ ਝਾੜੂ ਪੋਚਾ ਕਰਕੇ ਆਸੇ ਪਾਸੇ ਵਾਲੀ ਥਾਂ 'ਤੇ ਵੀ, ਅਤੇ ਜਿਹੜਾ ਗਾਂ ਹੁੰਦੀ ਹੈ ਗਊ ਦੇ ਗੋਬਰ ਨਾਲ ਉਹ ਲੇਪਣ ਕਰਦਾ, ਉਸ ਧਰਤੀ ਨੂੰ ਚੌਂਕਾ ਦਿੰਦਾ ਹਾਂ। ਆਨ ਆਪਣੇ ਘਰ ਸੰਵਾਰੀ। ਫਿਰ ਮੈਂ ਜਿਹੜਾ ਪਾਣੀ ਉਹ ਵੀ ਕਿਸੇ ਕੋ ਨਹੀਂ ਮੰਗਾਉਂਦਾ, ਆਪਣੇ ਹੱਥਾਂ ਨਾਲ ਹੀ ਜਿਹੜਾ ਪਾਣੀ ਲਿਆਉਂਦਾ ਹਾਂ। ਸਭ ਸਮਦਾ ਸੋ ਲਿਓ ਪਖਾਰੀ। ਫਿਰ ਜਦੋਂ ਅੱਗ ਬਾਲਣੀ ਹੁੰਦੀ ਹੈ, ਲੱਕੜਾਂ ਦੀ ਜ਼ਰੂਰਤ ਹੁੰਦੀ ਹੈ, ਅਤੇ ਉਹ ਜਿਹੜੀਆਂ ਸਾਰੀਆਂ ਲੱਕੜਾਂ ਉਹ ਵੀ ਪਾਣੀ ਨਾਲ ਧੋ ਲੈਂਦਾ ਹਾਂ। ਸਰਬ ਅੰਨ ਚੁਨ ਕਰੋ ਸਵਾਰੀ। ਫਿਰ ਮਹਾਰਾਜ ਮੈਂ ਸਾਰਾ ਜਿਹੜਾ ਅੰਨ ਹੈ, ਸੁੱਕਾ ਅਨਾਜ ਹੈ, ਉਹਨੂੰ ਚੰਗੀ ਤਰ੍ਹਾਂ ਚੁਣ ਕਰਕੇ ਬਣਾ ਸਵਾਰ ਕੇ ਨਿਜ ਕਰ ਸੰਗ ਆਹਾਰ ਤਿਆਰੀ। ਚੰਗੀ ਤਰ੍ਹਾਂ ਅੰਨ ਅਨਾਜ ਨੂੰ ਸਫਾ ਕਰਕੇ, ਸਫਾਈ ਕਰਕੇ, ਸਾਫ ਕਰਕੇ, ਉਹਨੂੰ ਪੀਹ ਕਰਕੇ ਅਤੇ ਧੋ ਬਣਾ ਕੇ ਆਪਣੇ ਹੱਥਾਂ ਨਾਲ ਤਿਆਰ ਕਰਦਾ ਹਾਂ। ਉਚਿਤ ਅਚਨ ਕੇ ਹੋਵੈ ਤਬਹੀ। ਤਦੋਂ ਇਹ ਜਿਹੜਾ ਭੋਜਨ ਇੰਨੇ ਯਤਨ ਕਰਨ ਤੋਂ ਬਾਅਦ ਮੇਰੇ ਛਕਣ ਦੇ ਯੋਗ ਹੁੰਦਾ ਹੈ। ਕਰੀ ਜੇ ਬਿਦ ਬਨ ਆਵੈ ਸਭਹੀ। ਕਹਿੰਦਾ ਵੀ ਜੇ ਤੇ ਇਹ ਵਿਧੀ ਕੀਤੀ ਹੋਵੇ, ਕਰੀ ਕਰਾਈ ਹੋਵੇ, ਇੰਨੀ ਵਿਧੀ ਢੰਗ ਤਰੀਕੇ ਮੈਂ ਕਰਾਂ, ਇੰਨਾ ਕੁਝ ਕਰਾਂ, ਫਿਰ ਉਹ ਭੋਜਨ ਜਿਹੜਾ ਮੈਨੂੰ ਛਕਣਾ ਬਣ ਆਉਂਦਾ ਹੈ। ਫਿਰ ਤੇ ਜੇ ਤੁਸੀਂ ਇੰਨੀ ਵਿਧੀ ਢੰਗ ਤਰੀਕਾ ਕੀਤਾ ਹੈ, ਫਿਰ ਤੇ ਮੈਨੂੰ ਭੋਜਨ ਛਕਣਾ ਬਣ ਆਉਂਦਾ ਤੁਹਾਡੇ ਪਾਸੋਂ। ਤੁਮਾਰੀ ਕਰੀ ਨਾ ਹਮਾਰੇ ਕਾਜੋ। ਇਸ ਕਰਕੇ ਮਹਾਰਾਜ ਜੋ ਤੁਹਾਡੀ ਇਹ ਰਸੋਈ ਕੀਤੀ ਨਾ, ਲੰਗਰ ਤਿਆਰ ਕੀਤਾ, ਮੇਰੇ ਤੇ ਕਿਸੇ ਕੰਮ ਨਹੀਂ ਹੈ। ਸੁਨ ਕਰ ਭਨਿਆ ਗਰੀਬ ਨਿਵਾਜੋ। ਜੋ ਗਰੀਬਾਂ ਨੂੰ ਨਵਾਜਣ ਵਾਲੇ ਆ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ। ਗੁਰੂ ਨਾਨਕ ਸਾਹਿਬ ਜੀ ਕਰਮ ਕਾਂਡੀ ਬ੍ਰਾਹਮਣ ਤੋਂ ਸੁਣ ਕਰਕੇ ਸੁਸਕ ਅੰਨ ਅਬ ਹੇਦ ਜਲੀਜਾ। ਮਹਾਰਾਜ ਕਹਿੰਦੇ ਬ੍ਰਾਹਮਣ ਚਲੋ ਠੀਕ ਹੈ, ਵੀ ਜੇ ਤੈਨੂੰ ਇਹ ਲੱਗਦਾ ਹੈ ਵੀ ਗੁਰੂ ਕੇ ਲੰਗਰ ਜਿਹੜੇ ਬੇਮਰਿਆਦਾ ਨਾਲ ਬਣੇ ਹੋਏ ਆ, ਵੀ ਇੱਥੇ ਕੋਈ ਜਿਵੇਂ ਤੂੰ ਕਹਿੰਦਾ ਉਵੇਂ ਨਹੀਂ ਤਿਆਰ ਹੋਇਆ ਹੈ, ਚਲੋ ਬ੍ਰਾਹਮਣ ਜੀ ਜਿਹੜਾ ਸੁੱਕਾ ਅੰਨ ਹੈ, ਆਟਾ ਦਾਲ ਲੂਣ ਮਿਰਚ ਮਸਾਲਾ, ਉਹ ਸਾਡੇ ਪਾਸੋਂ ਸੁੱਕਾ ਹੀ ਅੰਨ ਲੈ ਲਈਏ। ਨਿਜ ਘਰ ਸੋ ਕਰ ਅਚਵਨ ਕੀਜਾ। ਜਿਵੇਂ ਤੂੰ ਆਪਣਾ ਕਰਮ ਕਾਂਡ ਕਰਦਾ, ਉਹ ਸਾਰਾ ਕੁਝ ਕਰ ਕਰਾ ਕੇ ਤੇ ਭੋਜਨ ਤਿਆਰ ਕਰਕੇ ਛਕਣਾ ਕਰ ਲੈ। ਲੀਨਾ ਸਿੱਧਾ ਤਬ ਦਿਸ ਬਰਸਾ। ਇਹ ਕੁਝ ਕਰਕੇ ਤੇ ਜੋ ਬ੍ਰਾਹਮਣ ਸੀ ਉਸਨੇ ਸਤਿਗੁਰੂ ਜੀ ਪਾਸੋਂ ਰਸਦ ਜਿਹੜੀ ਹੈ ਲੈ ਲਈ, ਰਸਦ ਲੈ ਲਈ, ਆਟਾ ਦਾਲ ਚੌਲ
ਇਵੇਂ ਮਿਰਚ ਮਸਾਲਾ ਲੂਣ ਆਦਿਕ ਦੁੱਧ ਆਦਿਕ ਜੋ ਚਾਹੀਦਾ ਸੀ ਸਾਰਾ ਕੁਝ ਹੀ। ਖੋਦਨ ਲੱਗਾ ਧਰਨ ਨਿਜ ਕਰਸ। ਐਵੇਂ ਜਿਹੜਾ ਕੋਈ ਮਿੱਟੀ ਪੁੱਟਣ ਵਾਲਾ ਸੰਦ ਕਈ ਰੰਬਾ ਆਦਿਕ ਹੈ ਸੀ ਕੋਈ, ਉਹਨੂੰ ਆ ਲੈ ਕੇ ਆਪਣੇ ਹੱਥਾਂ ਵਿੱਚ ਤੇ ਧਰਤੀ ਜਿਹੜੀ ਇਹ ਪੁੱਟਣ ਲੱਗ ਪਿਆ। ਨਿਕਸੇ ਅਸਤ ਸ਼ੋਰ ਤਿਸ ਥਾਈ। ਜਿਸ ਥਾਂ ਇਹ ਧਰਤੀ ਪੁੱਟਣੀ ਇਹਨੇ ਸ਼ੁਰੂ ਕੀਤੀ, ਉੱਥੋਂ ਹੱਡੀਆਂ ਜਿਹੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਤੇ ਇਹਨੇ ਉਹ ਹੱਡੀਆਂ ਨਿਕਲਦੀਆਂ ਵੇਖ ਕੇ ਉਹ ਥਾਂ ਛੱਡ ਦਿੱਤਾ। ਖੋਦਨ ਲੱਗਿਓ ਅਪਰ ਥਲ ਜਾਈ। ਜਦੋਂ ਇਹ ਉਹ ਥਾਂ ਛੱਡ ਕੇ ਹੋਰ ਥਾਂ ਜਾ ਕੇ ਉਸ ਥਾਂ ਨੂੰ ਪੁੱਟਣ ਲੱਗਿਆ, ਨਿਕਸੇ ਅਸਤ ਸੋ ਜਾਨ ਅਪਾਵਨ। ਉੱਥੇ ਵੀ ਉਹ ਹੱਡ ਨਿਕਲਣ ਲੱਗੇ ਤੇ ਉਸ ਥਾਂ ਨੂੰ ਹੀ ਅਪਵਿੱਤਰ ਜਾਣ ਕੇ ਤਿਹ ਤਜ ਗਇਓ ਔਰ ਹੀ ਥਾਵਨਾ। ਉਹ ਥਾਂ ਛੱਡ ਕੇ ਫਿਰ ਹੋਰ ਥਾਂ ਨੂੰ ਚਲਾ ਗਿਆ, ਦੁਖੀ ਹੋਇਆ। ਜਹਾਂ ਖੁਨ ਹੈ ਤਹ ਅਸਤੀ ਨਿਕਸੈ। ਐਵੇਂ ਜਿੱਥੇ ਵੀ ਜਾ ਕੇ ਥਾਂ ਪੁੱਟਦਾ ਰੰਬੇ ਨਾਲ ਤੇ ਉੱਥੇ ਜਾ ਕੇ ਉੱਥੇ ਹੀ ਜਿਹੜੀਆਂ ਹੱਡੀਆਂ ਨਿਕਲਣ ਲੱਗ ਪੈਂਦੀਆਂ ਹਨ। ਹੇਰ ਹੇਰ ਨਰ ਤਿਹ ਕੋ ਬਿਨ ਹੇਰ ਹੇਰ ਨਰ ਤਿਹ ਕੋ ਬਿਗਸੈ। ਉੱਥੇ ਜਿਹੜੇ ਗੁਰੂ ਕੇ ਸਿੱਖ ਖੜੇ ਸਨ ਇਹ ਕੁਝ ਦੇਖ ਰਹੇ, ਉਹ ਵੇਖ ਵੇਖ ਕੇ ਇਸ ਬ੍ਰਾਹਮਣ ਨੂੰ ਵੀ ਰੰਬੇ ਨਾਲ ਲੱਗਦਾ ਇਹਨੇ ਸਾਰਾ ਥਾਂ ਹੀ ਪੋਲਾ ਕਰ ਦੇਣਾ, ਤੇ ਵੇਖ ਵੇਖ ਕੇ ਸਾਰੇ ਹੱਸਦੇ ਐ। ਸਰਬ ਦਿਵਸ ਸੋ ਖੋਦਤ ਰਹਿਓ। ਐਵੇਂ ਲੱਗਾ ਹੋਇਆ ਸਾਰਾ ਦਿਨ ਹੀ ਧਰਤੀ ਪੁੱਟਦਾ ਰਿਹਾ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਏਕ ਸ਼ੁਦਾ ਦੂਜੋ ਸ਼ਰਮ ਲਹਿਓ। ਇੱਕ ਦੇ ਵਿਚਾਰੇ ਨੂੰ ਭੁੱਖ ਪਹਿਲਾਂ ਹੀ ਬਹੁਤ ਲੱਗੀ ਹੋਈ ਸੀ, ਦੂਸਰਾ ਥਾਂ ਪੁੱਟ ਪੁੱਟ ਕੇ ਇਹਨੇ ਥਕਾਵਟ ਨੂੰ ਬੜਾ ਲਹਿਆ ਪ੍ਰਾਪਤ ਕੀਤਾ। ਆਇਓ ਬਿਕਲ ਆਇਓ ਪ੍ਰਭ ਪਾਸਾ। ਐਵੇਂ ਵਿਕਲ ਵਿਆਕਲ ਹੋ ਗਿਆ, ਵਿਆਕਲ ਹੋਇਆ ਗੁਰੂ ਮਹਾਰਾਜ ਦੇ ਪਾਸ ਆਇਆ। ਫਿਰ ਇਹ ਬੰਦ ਹਾਥ ਕੀਨੀ ਅਰਦਾਸਾ। ਦੋਵੇਂ ਹੱਥ ਜੋੜ ਕੇ ਬੜਾ ਨਿਮਾਣਾ ਹੋ ਕੇ ਅਰਦਾਸ ਬੇਨਤੀ ਕੀਤੀ। ਜਹਾਂ ਆਹਾਰ ਤੁਮਾਰੋ ਹੋਏ। ਫਿਰ ਕਹਿਣ ਲੱਗਾ, ਮਹਾਰਾਜ ਅੱਜ ਜਿੱਥੇ ਤੁਹਾਡਾ ਜਿਸ ਤਰ੍ਹਾਂ ਬਣਿਆ ਨਾ ਗੁਰੂ ਕੇ ਲੰਗਰਾਂ ਵਿੱਚ ਭੋਜਨ ਪ੍ਰਸ਼ਾਦਾ ਤਿਆਰ ਹੋਇਆ ਹੈ, ਤੀਜਾ ਮੋਹੇ ਖਾਏ ਹਾਂ ਸੋਏ। ਮਹਾਰਾਜ ਜਿਵੇਂ ਬਣਿਆ ਮੈਨੂੰ ਦੇ ਦਿਓ, ਮੈਂ ਛਕ ਛਕਾ ਲਵਾਂ, ਉਸੇ ਨੂੰ ਖਾ ਲੈਣਾ ਹਾਂ। ਰਾਵਰ ਮਹਾਂਪੁਰਖ ਗੁਣ ਖਾਨੀ। ਆਪ ਜੀ ਦੇ ਮਹਾਂਪੁਰਖ ਹੋ, ਗੁਣਾਂ ਦੀ ਖਾਨ ਹੋ ਜੀ। ਮੈਂ ਤੁਮਰੀ ਆਇਸ ਨਹਿ ਮਾਨੀ। ਮੈਂ ਬੜੀ ਭੁੱਲ ਕੀਤੀ ਹੈ ਕਿ ਤੁਹਾਡੀ ਸਤਿਗੁਰੂ ਦੀ ਆਗਿਆ ਨਹੀਂ ਮੰਨੀ। ਤੁਸਾਂ ਨੇ ਕਿਹਾ ਸੀ ਵੀ ਇੱਥੇ ਗੁਰੂ ਕੇ ਲੰਗਰਾਂ 'ਚ ਭੋਜਨ ਤਿਆਰ ਹੈ, ਬ੍ਰਾਹਮਣ ਜੀ ਛਕੋ ਪ੍ਰੇਮ ਨਾਲ, ਤੇ ਮੈਂ ਕਹਿੰਦਾ ਵੀ ਨਹੀਂ ਮੈਂ ਛਕਣਾ ਨਹੀਂ ਹੈ, ਮੈਂ ਤੇ ਕਰਮ ਕਾਂਢੀ ਹਾਂ। ਪਹਿਲਾਂ ਧਰਤੀ ਪੁੱਟਦਾ, ਫਿਰ ਗੋਬਰ ਦਾ ਲੇਪਣ ਕਰਾਂਗਾ ਤੇ ਲੱਕੜਾਂ ਧੋਵਾਂਗਾ, ਅੰਨ ਧੋਵਾਂਗਾ, ਫਿਰ ਜਾ ਕੇ ਤਿਆਰ ਕਰਾਂਗਾ। ਗੁਰੂ ਸਾਹਿਬ ਜੀ ਤੁਹਾਡੀ ਆਗਿਆ ਨਹੀਂ ਮੰਨੀ ਮੈਂ। ਜਾਂ ਤੇ ਖੇਦ ਭਇਓ ਤਨ ਭਾਰੀ। ਇਸੇ ਕਰਕੇ ਉਹਦਾ ਦੰਡ ਮੈਨੂੰ ਮਿਲ ਗਿਆ। ਆ ਬੜਾ ਹੀ ਜਿਹੜਾ ਸਰੀਰ ਉੱਪਰ ਭਾਰੀ ਦੁੱਖ ਪਾਇਆ। ਹੁਣ ਮਹਾਰਾਜ ਮੈਂ ਤੇ ਥੱਕ ਗਿਆ ਹਾਂ। ਅਬ ਮੈਂ ਹਾਂ ਤੁਮਾਰੇ ਅਨਸਾਰੀ। ਹੁਣ ਮੈਂ ਤੁਹਾਡੇ ਹੀ ਅਨੁਸਾਰੀ ਹਾਂ, ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਹੀ ਕਰ ਕਰਾ ਲਵਾਂਗਾ। ਸੁਨ ਕਾ ਬੋਲੇ ਭਜਨ ਕਿਰਪਾਲਾ। ਗੁਰੂ ਸਾਹਿਬ ਜੋ ਦਿਆਲੂ ਕਿਰਪਾਲੂ, ਇਹ ਬ੍ਰਾਹਮਣ ਦੇ ਬਚਨ ਸੁਣ ਕੇ ਬਚਨ ਬੋਲੇ। ਦਿਜ ਜੋ ਬੀਤ ਗਇਓ ਸੋ ਕਾਲਾ। ਗੁਰੂ ਸਾਹਿਬ ਜੀ ਕਹਿਣ ਲੱਗੇ, ਬ੍ਰਾਹਮਣ ਜੀ ਉਹ ਸਮਾਂ ਹੁਣ ਬੀਤ ਗਿਆ ਹੈ, ਭਾਵ ਕਿ ਚਲੋ ਜੋ ਹੋ ਗਿਆ ਸੋ ਹੋ ਗਿਆ, ਤੇ ਐਸਾ ਤੈਨੂੰ ਅਸੀਂ ਪਰਮੇਸ਼ਰ ਅਕਾਲ ਪੁਰਖ ਵੱਲੋਂ ਕਰਕੇ ਦਿਖਾਉਣਾ ਸੀ। ਧਰਤੀ ਵਿੱਚ ਹੱਡੀਆਂ ਕਿੱਥੋਂ ਆ ਜਾਣੀਆਂ, ਉਹ ਤੇ ਤੈਨੂੰ ਕਰਕੇ ਦਿਖਾਇਆ ਵੀ ਜੋ ਤੇਰੇ ਮਨ 'ਚ ਇਹ ਸ਼ੰਕਾ ਸੀ ਵੀ ਗੁਰੂ ਕਾ ਲੰਗਰ ਬੇਮਰਿਆਦਾ ਹੀ ਤਿਆਰ ਹੋਇਆ, ਇੱਥੇ ਕੋਈ ਐਵੇਂ ਸਾਰੇ ਬਣਾਈ ਜਾਂਦੇ, ਹੱਥ ਮਾਰੀ ਜਾਂਦੇ ਆ, ਮੈਂ ਬੜਾ ਕਰਮ ਕਾਂਢੀ ਹਾਂ, ਇਹ ਤੇਰਾ ਭਰਮ ਦੂਰ ਕਰਨ ਵਾਸਤੇ ਇਹ ਸਭ ਕੁਝ ਕੀਤਾ ਹੈ। ਚਲੋ ਜੋ
ਬੀਤ ਗਿਆ ਸੋ ਬੀਤ ਗਿਆ ਬ੍ਰਾਹਮਣ ਜੀ। ਅਬ ਮੁਖ ਵਾਹਿਗੁਰੂ ਕਹਿ ਲੀਜੈ। ਹੁਣ ਤੁਸੀਂ ਸਾਡਾ ਬਚਨ ਮੰਨੋ, ਮੁਖੋਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਆ ਸਾਰੀ ਜਿਹੜੀ ਰਸਤ ਬਸਤ ਲੈ ਲਈਏ। ਅਵਨੀ ਕੋ ਪਾਵਨ ਇਉ ਕੀਜੈ। ਵਾਹਿਗੁਰੂ ਵਾਹਿਗੁਰੂ ਕਹਿ ਕੇ ਤੇ ਜਿਹੜੀ ਧਰਤੀ ਉਹਨੂੰ ਪਵਿੱਤਰ ਕਰ ਲਈਏ। ਪਾਪ ਪੁੱਟਣ ਦੀ ਲੋੜ ਨਹੀਂ, ਗੋਬਰ ਫੇਰਨ ਦੀ ਲੋੜ ਨਹੀਂ ਹੈ ਕੋਈ। ਸਾਜ ਰਸੋਈ ਭੋਜਨ ਕਰੀਏ। ਰਸੋਈ ਲੰਗਰ ਨੂੰ ਸਾਜ ਕੇ, ਰਸੋਈ ਉਹ ਥਾਂ ਨੂੰ ਚੰਗੀ ਤਰ੍ਹਾਂ ਸਵਾਰ ਕੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਭੋਜਨ ਤਿਆਰ ਕਰੀਏ ਤੇ ਛਕ ਲੈਣਾ ਕਰੀਏ। ਸਭ ਹਿਰਦੇ ਭਰਮ ਪਰ ਹਰੀਏ। ਜਿਹੜਾ ਹਿਰਦੇ ਵਿੱਚ ਭਰਮ ਹੈ ਨਾ ਸਾਰਾ ਉਹ ਨਾਸ ਕਰ ਦਈਏ। ਵੀ ਗੁਰੂ ਕੇ ਲੰਗਰ ਉੱਥੇ ਵੀ ਐਵੇਂ ਬੇਮਰਿਆਦਾ ਹੀ ਬਣਦਾ ਹੈ, ਮੈਂ ਜ਼ਿਆਦਾ ਹੀ ਕੁਝ ਪਵਿੱਤਰ ਹਾਂ। ਤਬ ਹੀ ਦਿਜਨ ਆਏ ਸਮਾਨੀ। ਤਦੋਂ ਹੀ ਇਹ ਬ੍ਰਾਹਮਣ ਨੇ ਸਤਿਗੁਰੂ ਜੀ ਦੀ ਆਗਿਆ ਮੰਨੀ ਹੈ। ਉਂਝ ਤੇ ਸਾਧ ਸੰਗਤ ਜੀ ਗੁਰੂ ਕੇ ਲੰਗਰਾਂ ਵਿੱਚ ਪਹਿਲਾਂ ਭੋਜਨ ਪ੍ਰਸ਼ਾਦੇ ਜਿੱਥੇ ਕਿਤੇ ਵੀ ਬੜੇ ਭੈ ਕਰਕੇ ਮਰਿਆਦਾ ਨਾਲ ਹੀ ਤਿਆਰ ਹੁੰਦੇ ਸਨ। ਹੁਣ ਤੇ ਗੁਰੂ ਕੇ ਲੰਗਰ ਹੀ ਲੋਕਾਂ ਨੇ ਹੋਟਲ ਹੀ ਬਣਾਏ ਹੋਏ ਆ। ਚਲੋ ਜੋ ਵਿਆਹ ਵਿੱਚ ਬਾਹਰ ਸ਼ਾਦੀਆਂ ਹੋਟਲਾਂ ਦੇ ਕਾਰਨਾਂ ਦੀ ਵੱਖਰੀ ਗੱਲ ਹੈ। ਇੱਥੇ ਵੀ ਹੁਣ ਉਹੀ ਕੋ ਹਾਲ ਕੀਤਾ ਪਿਆ। ਟੇਬਲ ਲਾਉਣੇ, ਕੁਰਸੀਆਂ ਲਾਉਣੀਆਂ ਅਤੇ ਜਿਹੜਾ ਬੀੜੀਆਂ ਜਰਦੇ ਵਾਲੇ ਉਹ ਬਣਾਈ ਜਾਂਦੇ ਹੈ। ਇੱਥੇ ਵੀ ਕੋਈ ਆਉਂਦੇ ਉਹ ਸਿਰ ਨੰਗੇ ਰੱਖ ਕੇ ਤੁਰੇ ਫਿਰਦੇ ਆ। ਤੰਦੂਰ ਉਹਨਾਂ ਲਾਇਆ ਹੁੰਦਾ, ਜਰਦਾ ਉਹ ਲਾਈ ਜਾਂਦੇ ਹੈ। ਜੇ ਕੋਈ ਉਹਨਾਂ ਨੂੰ ਕਵੇ ਤਾਂ ਉਹ ਜਿਹੜੇ ਜਿੰਨਾ ਕੋਈ ਪ੍ਰੋਗਰਾਮ ਕਰਾਇਆ ਹੁੰਦਾ ਉਹੀ ਉਹ ਵਿੱਚ ਆ ਜਾਂਦੇ। ਲਓ ਜੀ ਤੁਸੀਂ ਲੋਕਾਂ ਦਾ ਤੁਸੀਂ ਕਿਸੇ ਨੂੰ ਗੁਰੂ ਘਰ ਆਉਣ ਨਹੀਂ ਦਿੰਦੇ, ਲੋਕਾਂ ਦਾ ਮਨ ਚੁੱਕਦੇ ਹੋ ਕਹਿ ਕੇ। ਚਲੋ ਕਿਹੜੀ ਗੱਲ ਹੋ ਗਈ ਜੇ ਸਿਰ ਨੰਗਾ ਹੈ, ਕੀ ਹੋ ਗਿਆ? ਐਵੇਂ ਉਹ ਲੋਕ ਆ ਵੀ ਇਹੋ ਜਿਹੀ ਗੱਲਾਂ ਕਹਿ ਕੇ ਸਗੋਂ ਦੂਸਰੇ ਨੂੰ ਵਿਗਾੜਦੇ। ਅਤੇ ਉਹ ਜਰਦਾ ਬੀੜੀ ਸਭ ਛੱਡਦੇ ਕੋਈ ਨਹੀਂ ਹੈ। ਪੈਰਾਂ ਵਾਲੇ ਹੱਥ, ਮੂੰਹ ਵਾਲੇ, ਨੱਕ ਵਾਲੇ ਹੱਥ, ਗੰਦੀ ਜੀ ਬਲੈਣ ਵਾਲੇ ਹੱਥ ਲਾਈ ਲੁਈ ਜਾਂਦੇ ਹੈ। ਅਤੇ ਫਿਰ ਲੋਕ ਕਹਿੰਦੇ ਵੀ ਗੁਰੂ ਕਾ ਲੰਗਰ ਤਿਆਰ ਹੋ ਗਿਆ। ਗੁਰੂ ਕਾ ਲੰਗਰ ਇੱਦਾਂ ਤਿਆਰ ਨਹੀਂ ਹੁੰਦਾ। ਗੁਰੂ ਕਾ ਲੰਗਰ ਤੇ ਬੜੀ ਪਵਿੱਤਰਤਾਈ ਨਾਲ ਇਸ਼ਨਾਨ ਪਾਣ ਕਰਕੇ ਚੰਗੀ ਤਰ੍ਹਾਂ ਸੋਚਾਚਾਰ ਕਰਕੇ ਬੜੀ ਭਾਵਨਾ ਨਾਲ ਫਿਰ ਨੱਕ ਮੂੰਹ 'ਤੇ ਹੱਥ ਘੱਟ ਮਾਰੇ ਜਾਣ, ਹੱਥ ਧੋਵੇ ਹੋਣ ਅਤੇ ਤਾਂ ਜਾ ਕੇ ਗੁਰੂ ਕਾ ਲੰਗਰ ਤਿਆਰ ਹੁੰਦਾ। ਜਿਹੜਾ ਅਸੀਂ ਤਿਆਰ ਕਰਦੇ ਹਾਂ ਉਹ ਬਹਿਰਿਆਂ ਦਾ ਲੰਗਰ ਜਾਂ ਸਾਡੇ ਘਰ ਦਾ ਲੰਗਰ ਤਾਂ ਹੋ ਸਕਦਾ, ਪਰ ਗੁਰੂ ਕਾ ਲੰਗਰ ਉਹ ਹੋ ਨਹੀਂ ਸਕਦਾ। ਪਹਿਲਾਂ ਗੁਰੂ ਕੇ ਜਿੱਥੇ ਅੱਜ ਵੀ ਕਿਰਪਾ ਹੈ ਉੱਥੇ ਨਾਮ ਜਪਦੇ ਹੀ ਗੁਰੂ ਕੇ ਪ੍ਰਸ਼ਾਦੇ ਸਬਜ਼ੀਆਂ ਆਦਿਕ ਬਣਾਉਂਦੇ ਹੈ। ਹੁਣ ਤਾਂ ਉਹ ਗੱਲਾਂ ਆਈਆਂ ਗਈਆਂ, ਸਭ ਖਤਮ ਹੁੰਦਾ ਜਾ ਰਿਹਾ ਹੈ। ਗੁਰੂ ਕੇ ਲੰਗਰ ਵਿੱਚ ਬੜਾ ਫਰਕ ਹੈ, ਤੰਦੂਰ ਲਾਉਣ ਵਾਲਿਆਂ 'ਚ ਬੜਾ ਫਰਕ ਹੈ। ਇਵੇਂ ਸਾਧ ਸੰਗਤ ਜੀ ਗੁਰੂ ਕੇ ਲੰਗਰਾਂ ਨੂੰ ਵੀ ਲੋਕਾਂ ਨੇ ਹੁਣ ਹੋਟਲ ਹੀ ਬਣਾਇਆ ਹੋਇਆ ਹੈ। ਤਬ ਹੀ ਦਿਜਨ ਆਏ ਸਮਾਨੀ। ਤਦੋਂ ਹੀ ਬ੍ਰਾਹਮਣ ਨੇ ਸਤਿਗੁਰੂ ਜੀ ਦੀ ਆਗਿਆ ਮੰਨ ਲਈ। ਕੀਨ ਰਸੋਈ ਭ੍ਰਮ ਕਰ ਹਾਨੀ। ਭਰਮ ਜਿਹੜਾ ਆਪਣਾ ਨਾਸ ਕਰ ਲਿਆ ਹੈ ਗੁਰੂ ਘਰ ਵੱਲੋਂ, ਅਤੇ ਜਿਹੜਾ ਲੰਗਰ ਹੈ ਉਹ ਤਿਆਰ ਕਰ ਲਿਆ। ਕਰ ਭੋਜਨ ਕੋ ਜਬ ਟਿਗ ਆਇਓ। ਜਦੋਂ ਭੋਜਨ ਤਿਆਰ ਕਰਕੇ ਤੇ ਫਿਰ ਛਕ ਕਰਕੇ ਸਤਿਗੁਰ ਜੀ ਪਾਸ ਆਇਆ। ਸ੍ਰੀ ਗੁਰ ਤਬ ਇੱਕ ਸ਼ਬਦ ਲਾਇਓ। ਗੁਰੂ ਨਾਨਕ ਸਾਹਿਬ ਜੀ ਨੇ ਤਦੋਂ ਇੱਕ ਸ਼ਬਦ ਉਚਾਰਨ ਕੀਤਾ ਬਸੰਤ ਰਾਗ ਦੇ ਵਿੱਚ। ਬਸੰਤ ਮਹੱਲਾ ਪਹਿਲਾ। ਸੋਇਨੇ ਕਾ ਚੌਕਾ ਕੰਚਨ ਖਵਾ। ਸੋਇਨੇ ਕਾ ਚੌਕਾ ਕੰਚਨ ਖਵਾਰ। ਬਸੰਤ ਰਾਗ ਹੈ, ਮਹੱਲਾ ਪਹਿਲਾ। ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ। ਮਹਾਰਾਜ ਕਹਿਣ ਲੱਗੇ ਵੀ ਵੇਖੋ ਬ੍ਰਾਹਮਣ ਜੀ, ਤੁਸਾਂ ਨੇ ਤੇ ਆ ਧਰਤੀ 'ਤੇ ਪਹਿਲਾਂ ਟੋਇਆ ਪੁੱਟਣਾ ਸੀ 1 ਹੱਥ ਫੁੱਟ 1.5 ਫੁੱਟ, ਫਿਰ ਆਸੇ ਪਾਸੇ ਗਊ ਦਾ ਗੋਇਆ ਲੈ ਕੇ ਉਹਦਾ ਚੌਂਕਾ ਦੇਣਾ ਸੀ, ਫਿਰ 4 ਕਾਰਾਂ ਕੱਢਣੀਆਂ ਸੀ, ਵਿੱਚ ਕੋਈ ਨਾ ਆ ਜਾਏ ਪਿੱਟਿਆ ਜਾਏਗਾ, ਲੱਕੜਾਂ ਧੋਣੀਆਂ ਸੀ, ਅੰਨ ਧੋਣਾ ਸੀ, ਕਈ ਕੁਝ ਕਰਨਾ ਸੀ। ਅਤੇ ਇੰਨੀ ਜੇ ਪਵਿੱਤਰਤਾ ਵੀ ਕਰ ਲਈਏ, ਪਰ ਜੇ ਪਰਮੇਸ਼ਰ ਦਾ ਨਾਮ 'ਚ ਨਹੀਂ ਨਾ ਭਿੱਜੇ, ਜੇ ਨਾਮ ਨਹੀਂ ਜਪਿਆ ਤਾਂ ਉਹ ਸਭ ਕੀਤਾ ਹੋਇਆ ਵਿਅਰਥ ਹੀ ਹੈ।
ਤੁਸੀਂ ਦਿਆ ਮਿੱਟੀ ਦੀ ਧਰਤੀ ਉੱਪਰ ਪੇਚਾ ਪੋਚਾ ਫੇਰਨਾ ਨਾ, ਤੇ ਅਸੀਂ ਕਹਿੰਦੇ ਹਾਂ ਸੋਇਨੇ ਕਾ ਚੌਕਾ ਕੰਚਨ ਕੁਆਰ, ਵੀ ਸੋਨੇ ਦੀ ਧਰਤੀ ਹੋਵੇ, ਉੱਪਰ ਸੋਨੇ ਦਾ ਹੀ ਚੌਂਕਾ ਬਣਿਆ ਹੋਵੇ, ਭਾਵ ਸਾਰਾ ਚੌਂਕਾ ਹੀ ਸੋਨੇ ਦਾ। ਅਤੇ ਕੰਚਨ ਕੁਆਰ, ਕੁਆਰ ਕਹੀਦਾ ਗਾਗਰ ਨੂੰ, ਅਤੇ ਸੋਨੇ ਦੀ ਗਾਗਰ ਭਾਵ ਭਾਂਡਾ ਟੀਂਡਾ ਵੀ ਸਾਰਾ ਸੋਨੇ ਦਾ ਹੀ ਹੋਵੇ ਉਸ ਚੌਂਕੇ ਵਿੱਚ। ਰੂਪੇ ਕੀਆ ਕਾਰਾ ਬਹੁਤ ਵਿਸਥਾਰ, ਤੇ ਜਿਹੜੀਆਂ ਕਾਰਾਂ ਕੱਢੀ ਦੀਆਂ ਵੀ ਦੇਖ ਕੇ ਚੌਕਾ ਕੱਢੀ ਕਾਰ, ਇਹ ਗੋਬਰ ਦਾ ਲੇਪਣ ਦੇ ਕੇ ਬ੍ਰਾਹਮਣ ਕਰਮਕਾਂਡੀ ਫਿਰ 4 ਲਕੀਰਾਂ ਕੱਢਦੇ, 4 ਸ਼ਫੇਰੇ, ਵੀ ਹੁਣ ਇਹਦੇ ਵਿੱਚ ਦੂਸਰਾ ਕੋਈ ਨਾ ਆਵੇ, ਨਹੀਂ ਤੇ ਪਿੱਟਿਆ ਜਾਏਗਾ ਚੌਂਕਾ। ਮਤ ਪਿੱਟੇ ਵੇ ਮਤ ਪਿੱਟੇ, ਇਹੋ ਆਨ ਸਾਡਾ ਫਿੱਟੇ, ਇਹ ਪਿੱਟਿਆ ਜਾਏਗਾ ਚੌਂਕਾ। ਐਵੇਂ ਉਹ ਕਿਸੇ ਨੂੰ ਵੜਨ ਨਹੀਂ ਦਿੰਦੇ ਚੌਂਕੇ ਵਿੱਚ। ਅਤੇ ਇਹ ਗੁਰੂ ਸਾਹਿਬ ਜੀ ਕਹਿੰਦੇ ਸੋਇਨੇ ਕਾ ਚੌਕਾ ਕੰਚਨ ਕੁਆਰ, ਇਹ ਸੋਨੇ ਦਾ ਚੌਂਕਾ ਹੋਵੇ, ਕਿਉਂਕਿ ਜਿਹੜੇ ਕਰਮਕਾਂਡੀ ਹੈ ਨਾ, ਇਹ ਵੇਦ ਮਤ ਦੇ ਸਿਧਾਂਤ ਵਾਲੇ, ਉਹਨਾਂ ਸੋਇਨੇ ਨੂੰ ਬੜਾ ਸੁੱਚਾ ਮੰਨਿਆ ਹੈ। ਕਹਿੰਦੇ ਵੀ ਸੋਨੇ ਨੂੰ ਜਦੋਂ ਹੱਥ ਲਾ ਦਿੱਤਾ ਜਾਂ ਪੈਣ ਲਿਆ ਉਦੋਂ ਜੂਠਾ, ਜਦੋਂ ਇਹਨੇ ਇੱਕ ਪਾਸੇ ਰੱਖ ਦਿੱਤਾ, ਇਹਨੂੰ ਹਵਾ ਪੈ ਗਈ ਅਤੇ ਇਹ ਸੋਨਾ ਸੁੱਚਾ, ਹਵਾ ਪੈਣ ਨਾਲ ਹੀ ਸੁੱਚਾ ਹੋ ਜਾਂਦਾ ਹੈ, ਅਤੇ ਹੱਥ ਲਾਉਣ ਨਾਲ ਇਹ ਜੂਠਾ ਹੁੰਦਾ ਹੈ, ਇਹਨੂੰ ਧੋਣਾ ਨਹੀਂ ਪੈਂਦਾ, ਇਹ ਸੁੱਚਾ ਮੰਨਿਆ ਹੈ। ਅਤੇ ਇਸੇ ਤਰ੍ਹਾਂ ਜਿਹੜੀ ਚਾਂਦੀ ਹੈ ਉਹਨੂੰ ਵੀ ਸੁੱਚਾ ਮੰਨਿਆ ਇਹਨਾਂ ਕਰਮਕਾਂਡੀਆਂ ਨੇ, ਵੀ ਧੋ ਲਓ ਬਸ ਪਾਣੀ ਨਾਲ ਮਾੜੀ ਜਿਹੀ ਅਤੇ ਸੁੱਚੀ ਹੋ ਜਾਂਦੀ ਹੈ। ਤਾਂ ਹੀ ਜਿਹੜੇ ਆ ਸਾਧੂ ਲੋਕ ਹੈ, ਜਦੋਂ ਨਰਸਿੰਗਾ ਵਜਾਉਂਦੇ ਹੈ, ਉਹਨਾਂ ਨਰਸਿੰਗੇ ਦੇ ਅੱਗੇ ਸੋਨੇ ਦਾ ਪੱਤਰਾ ਲਾਇਆ ਹੁੰਦਾ ਇੱਕ, ਅਤੇ ਉਹ ਕਦੀ ਕੋਈ ਫੜ ਕੇ ਵਜਾਉਂਦਾ, ਕਦੀ ਕੋਈ ਫੜ ਕੇ ਵਜਾਉਂਦਾ। ਉਹਨਾਂ ਦਾ ਖਿਆਲ ਹੈ ਵੀ ਉਹ ਹਵਾ ਪੈ ਜਾਂਦੀ ਹੈ ਅਤੇ ਸੋਨਾ ਸੁੱਚਾ ਹੁੰਦਾ ਹੈ, ਤਾਂ ਹੀ ਉਹ ਸਾਰੇ ਸਾਧੂ ਇੱਕੋ ਨਰਸਿੰਗੇ ਨੂੰ ਕਈ ਜਾਣੇ ਵਜਾਈ ਜਾਂਦੇ ਮਿਲ ਜੁਲ ਕੇ। ਸੋਇਨਾ ਕਾ ਚੌਕਾ ਕੰਚਨ ਕੁਆਰ, ਉਸ ਗੱਲ ਪੱਖ ਨੂੰ ਲੈ ਕੇ, ਕਰਮ ਕਾਂਡ ਦੇ ਪੱਖ ਨੂੰ ਲੈ ਕੇ ਮਹਾਰਾਜ ਨੇ ਬਚਨ ਕੀਤਾ ਵੀ ਬ੍ਰਾਹਮਣ ਸੋਨੇ ਦਾ ਚੌਂਕਾ ਹੋਵੇ, ਭਾਂਡੇ ਟੀਂਡੇ ਵੀ ਸੋਨੇ ਦੇ ਹੋਣ, ਭਾਵ ਸਭ ਕੁਝ ਸ਼ੁੱਧ ਹੀ ਹੋਵੇ, ਅਤੇ ਜਿਹੜੀਆਂ ਕਾਰਾਂ ਕੱਢਣੀਆਂ 4 ਉਹ ਵੀ ਚਾਂਦੀ ਦੀਆਂ ਕੱਢੀਆਂ ਹੋਣ, ਜਿਹੜੇ ਥਾਂ ਵਿੱਚ ਉਹਨਾਂ ਕਾਰਾਂ ਦਾ ਬਹੁਤੇ ਥਾਂ ਫੈਲਾਓ ਵਿੱਚ ਵਿਸਥਾਰ ਹੋਵੇ। ਗੰਗਾ ਕਾ ਉਦਕ ਕਰੰਤੇ ਕੀ ਆਗ, ਬ੍ਰਾਹਮਣ ਲੋਕ ਲੱਕੜਾਂ ਪਾਣੀ ਨਾਲ ਧੋਂਦੇ ਹੈ, ਜਿਸ ਕਰਕੇ ਗੁਰੂ ਸਾਹਿਬ ਕਹਿੰਦੇ ਹੈ ਵੀ ਬ੍ਰਾਹਮਣ ਜੀ ਫਿਰ ਗੰਗਾ ਦਾ ਪਾਣੀ ਹੋਵੇ। ਉੱਥੇ ਨਹੀਂ ਗੰਗਾ ਦਾ ਪਾਣੀ ਜਿੱਥੇ ਗੰਦਾ ਨਾਲਾ ਪੈਂਦਾ ਹੈ, ਭਾਵ ਜਿੱਥੇ ਗੰਗਾ ਦੇ ਵਿੱਚ ਹਰ ਕੀ ਪੌੜੀ, ਉੱਥੋਂ ਹਰ ਕੀ ਪੌੜੀ ਦਾ ਗੰਗਾ ਦਾ ਜਲ ਹੋਵੇ ਕੋਲ। ਕਰੰਤੇ ਕੀ ਆਗ, ਜਿਹੜੇ ਕਰੰਤੇ ਕਹੀਏ ਫਿਰ ਜਿਹੜਾ ਜੱਗ ਹੈ, ਜੱਗ ਦੀ ਅਗਨੀ ਹੋਵੇ। ਜੱਗ ਦੀ ਅਗਨੀ ਬੜੀ ਪਵਿੱਤਰ ਮੰਨੀ ਹੈ। ਇੱਕ ਦੇ ਘਰਾਂ ਦੀ ਅੱਗ ਜਿਹੜੀ ਆਪਾਂ ਬਾਲਦੇ ਉਹ ਵੀ ਕਹਿੰਦੇ ਆ ਪਵਿੱਤਰ ਹੈ। ਗੁਰੂ ਸਾਹਿਬ ਜੀ ਕਹਿੰਦੇ ਜੱਗ ਦੀ ਅਗਨੀ ਹੋਵੇ। ਉਹ ਇਸ ਤਰ੍ਹਾਂ ਵੀ ਇੱਕ ਖਾਸ ਰੁੱਖ ਅਰਣੀ ਦਾ, ਉਹਦੇ 2 ਡੰਡੇ ਬਣਾ ਕੇ ਇੱਕ ਡੰਡੇ ਵਿੱਚ ਛੇਕ ਕੱਢ ਲਿਆ ਜਾਂਦਾ ਹੈ, ਦੂਸਰਾ ਡੰਡਾ ਉਹਦੇ ਵਿੱਚ ਫਸਾ ਕੇ ਚੰਗੀ ਤਰ੍ਹਾਂ, ਜਿਵੇਂ ਮਧਾਣੀ ਨੂੰ ਰੱਸੀ ਪਾਈ ਜਾਂਦੀ ਐਵੇਂ ਰੱਸੀ ਪਾ ਕੇ, ਅਤੇ ਫਿਰ ਉਹ ਬੜੀ ਤੇਜ਼ੀ ਨਾਲ ਡੰਡੇ ਨੂੰ ਘੁਮਾਉਂਦੇ ਹੈ, ਜਿਸ ਰਗੜਨੇ ਕਰਕੇ ਅੱਗ ਜਿਹੜੀ ਨਿਕਲਦੀ ਹੈ। ਬ੍ਰਾਹਮਣਾਂ ਨੇ ਉਹ ਅੱਗ ਬੜੀ ਪਵਿੱਤਰ ਮੰਨੀ ਹੈ, ਅਤੇ ਜੱਗ ਵਿੱਚ ਉਹੀ ਅੱਗ ਵਰਤੀ ਜਾਂਦੀ ਜਦੋਂ ਜੱਗ ਕੀਤਾ ਜਾਂਦਾ ਹੈ। ਅਤੇ ਫਿਰ ਉਹ ਅੱਗ ਨੂੰ ਉਹਦੇ ਨਾਲ ਇਹ ਜੱਗ ਕਰਦੇ ਹੈ ਪਵਿੱਤਰ ਮੰਨ ਕੇ, ਅਤੇ ਉਹਨੂੰ ਬੁਝਣ ਨਹੀਂ ਦਿੰਦੇ। ਕਹਿੰਦੇ ਵੀ ਇਹਦੇ 'ਤੇ ਵੇਦ ਮੰਤਰ ਪੜ੍ਹੇ ਗਏ, ਜੱਗ ਸੰਪੂਰਨ ਹੋਇਆ, ਅਗਨੀ ਬੜੀ ਪਵਿੱਤਰ ਹੈ। ਅਤੇ ਇਸ ਕਰਕੇ ਇਹ ਵੀ ਕਹਿੰਦੇ ਵੀ ਜੱਗ ਕੀਤਾ ਹੈ, ਉਦੋਂ ਸਮੱਗਰੀ ਪਾਉਂਦੇ ਹੈ। ਇਹ ਕਹਿੰਦੇ ਆ ਵੀ ਸ਼ਾਸਤਰਾਂ ਵਿੱਚ, ਪੁਰਾਣਾਂ ਵਿੱਚ ਲਿਖਿਆ ਹੋਇਆ ਵੀ ਇਹ ਦੇਵਤਿਆਂ ਦਾ ਮੂੰਹ ਹੈ ਅੱਗ,
ਜਦੋਂ ਅਗਨੀ ਵਿੱਚ ਸਮੱਗਰੀ ਪਾਉਂਦੇ ਮਨ ਸਾਰੇ ਦੇਵਤਿਆਂ ਨੂੰ ਉਹ ਸਮੱਗਰੀ ਪਹੁੰਚਦੀ ਹੈ। ਅਗਨੀ ਦੇਵਤਾ ਜਾਣ ਕੇ ਵੀ ਅਤੇ ਜਗ ਦੀ ਅੱਗ ਜਾਣ ਕੇ ਵੀ। ਮੁੱਖ ਇੱਥੇ ਅਰਥ ਹੈ ਕਰੰਤੇ ਕੀ ਆਗ ਵੀ ਜਗ ਦੀ ਅੱਗ ਹੋਵੇ, ਜਾਂ ਫਿਰ ਕਰ ਕਹੀਦਾ ਹੱਥਾਂ ਨੂੰ ਵੀ ਹੱਥਾਂ ਦੀ ਅੱਗ, ਜਿਵੇਂ ਪੱਥਰ ਨਾਲ ਪੱਥਰ ਟਕਰਾ ਕੇ ਅੱਗ ਕੱਢਣੀ, ਉਹ ਵੀ ਪਵਿੱਤਰ ਅੱਗ ਮੰਨੀ ਗਈ ਹੈ। ਇਹੋ ਜਿਹੀ ਹੱਥਾਂ ਨਾਲ ਪੈਦਾ ਕੀਤੀ ਹੋਈ ਅੱਗ ਹੋਵੇ। ਜਾਂ ਵੀ ਬ੍ਰਾਹਮਣ ਇਹ ਗੰਗਾ ਕਾ ਉਦਕ, ਗੰਗਾ ਦੇ ਵਿੱਚੋਂ ਹਰ ਕੀ ਪੌੜੀ ਦਾ ਜਲ ਹੋਵੇ ਪਾਸ, ਅਤੇ ਜਗ ਦੀ ਅਗਨੀ ਹੋਵੇ। ਗਰੜਾ ਖਾਣਾ ਦੁੱਧ ਸਿਓ ਗੜ, ਐਸੀ ਅੱਗ ਬਾਲ ਕੇ ਅਤੇ ਦੁੱਧ ਦੇ ਨਾਲ ਮਿਲਾ ਕੇ ਜਿਹੜੇ ਉੱਤਮ ਜਾਤੀ ਦੇ ਗਰੜਾ ਨਾਮ ਦੇ ਚੌਲ ਹੈ ਨਾ, ਉਹਨੂੰ ਖਾਣਾ ਕਰੇ। ਇਹ ਗਰੜਾ ਜਾਤੀ ਉੱਤਮ ਜਾਤੀ ਦੇ ਚੌਲ ਹੈਗੇ ਸੀ ਪਹਿਲਾਂ, ਹੁਣ ਤਾਂ ਪਤਾ ਨਹੀਂ। ਜਿਵੇਂ ਅੱਜ ਕੱਲ੍ਹ 11-21 ਹੈ, ਪਰਮਲ ਹੈ, ਇਸੇ ਤਰ੍ਹਾਂ ਬਾਸਮਤੀ ਹੈ। ਬਾਸਮਤੀ ਨੂੰ ਜ਼ਿਆਦਾ ਉੱਤਮ ਮੰਨਦੇ ਆ ਸਾਰੇ, ਅਤੇ ਇਹਦੇ ਚੌਲ ਵੀ ਚੰਗੇ ਬਣਦੇ ਹੈ। ਇੱਕ ਹੁੰਦੇ ਕੱਚੇ ਚੌਲ, ਇੱਕ ਹੁੰਦੇ ਪੱਕੇ ਚੌਲ। ਜਿਹੜੇ ਕੱਚੇ ਆ ਉਹ ਤਾਂ ਐਵੇਂ ਗਤਾਵਾ ਜਿਹਾ ਹੋ ਜਾਂਦੇ, ਘੁਲ ਮਿਲ ਜਾਂਦੇ ਜਦੋਂ ਬਣਾਈਏ। ਜਿਹੜੇ ਪੱਕੇ ਚੌਲ ਬਾਸਮਤੀ ਆਦਿਕ ਦੇ ਉਹ ਜਦੋਂ ਬਣਾਏ ਜਾਂਦੇ ਤਾਂ ਐਂ ਕੱਲਾ ਕੱਲਾ ਹੋ ਜਾਂਦਾ, ਇੱਕ ਮੋਟੇ ਅਤੇ ਲੰਮੇ ਹੋ ਜਾਂਦੇ। ਇਸੇ ਤਰ੍ਹਾਂ ਹੀ ਉਸ ਸਮੇਂ ਇੱਕ ਗਰੜਾ ਨਾਮ ਦੇ ਚੌਲ ਸਨ ਉੱਤਮ ਜਾਤੀ ਦੇ, ਬਹੁਤ ਵਧੀਆ ਚੌਲ। ਸ਼ਾਇਦ ਦੁਕਾਨਾਂ ਵਿੱਚ ਅੱਜ ਕੱਲ੍ਹ ਵੀ ਹੁਣ ਬੜੀ ਤਰ੍ਹਾਂ ਦੇ ਹੁੰਦੇ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਬ੍ਰਾਹਮਣ ਫਿਰ ਇਹ ਚੌਲਾਂ ਦੀ ਇਹ ਖਾਸੀਅਤ ਵੀ ਦੁੱਧ ਚੰਗੀ ਤਰ੍ਹਾਂ ਕਾੜ ਕੇ ਉਬਾਲੇ ਦੇ ਕੇ ਅਤੇ ਛੰਨੇ ਵਿੱਚ ਪਾ ਕੇ ਇਹਨਾਂ ਚੌਲਿਆਂ ਨੂੰ ਉੱਤੇ ਰੱਖਿਆ ਜਾਵੇ, ਭਾਫ਼ ਹੀ ਦਿੱਤੀ ਜਾਏ ਨਾ, ਬਸ ਉਸੇ ਵੇਲੇ ਇਹ ਫੁੱਲ ਜਾਂਦੇ ਅਤੇ ਬਣ ਜਾਂਦੇ ਬੜੇ ਸੋਹਣੇ। ਫਿਰ ਇਹ ਸਵਾਦੀ ਬੜੇ ਹੈ। ਇਸ ਤਰ੍ਹਾਂ ਇਹ ਬ੍ਰਾਹਮਣ ਦੁੱਧ ਨਾਲ ਮਿਲਾ ਕੇ ਗਰੜਾ ਨਾਮ ਦੇ ਉੱਤਮ ਜਾਤੀ ਦੇ ਚੌਲ ਖਾਣਾ ਕਰੇ। ਰੇ ਮਨ ਲੇਖਾ ਕਬਹੁ ਨਾ ਪਾਏ, ਇਹ ਮੇਰੇ ਮਨਾ ਇੰਨਾ ਕੁਝ ਕੀਤਾ ਹੋਇਆ ਵੀ ਕਦੇ ਵੀ ਕਿਸੇ ਲੇਖੇ ਹਿਸਾਬ ਕਿਤਾਬ ਵਿੱਚ ਨਹੀਂ ਪੈਂਦਾ। ਜਾਮ ਨਾ ਭੀਜੈ ਸਾਚ ਨਾਏ, ਜੇ ਉਸ ਪਰਮੇਸ਼ਰ ਦੇ ਸੱਚੇ ਨਾਮ ਵਿੱਚ ਨਾ ਮਨਾ ਤੂੰ ਭਿੱਜੇ। ਜੇ ਇੰਨੇ ਕਰਮ ਕਾਂਡ ਕਰਕੇ ਵੀ ਸੋਨੇ ਦਾ ਚੌਂਕਾ ਹੋਵੇ, ਭਾਂਡੇ ਟੀਂਡੇ ਸੋਨੇ ਦੇ, ਚਾਂਦੀ ਦੀਆਂ ਕਾਰਾਂ ਕੱਢੀਆਂ ਹੋਣ, ਇਸੇ ਤਰ੍ਹਾਂ ਗੰਗਾ ਦੇ ਹਰ ਕੀ ਪੌੜੀ ਦਾ ਜਲ ਹੋਵੇ, ਅਤੇ ਜਗ ਦੀ ਅੱਗ ਹੋਵੇ, ਅਤੇ ਗਰੜੇ ਜਾਤੀ ਦੇ ਚੌਲ ਦੁੱਧ ਵਿੱਚ ਮਿਲਾ ਕੇ ਖਾਣਾ ਕਰੇ। ਅਤੇ ਹੇ ਮਨਾ, ਜੇ ਪਰਮੇਸ਼ਰ ਦੇ ਸੱਚੇ ਨਾਮ ਵਿੱਚ ਤੂੰ ਨਹੀਂ ਨਾ ਭਿੱਜਦਾ, ਅਤੇ ਇਹ ਕੀਤਾ ਹੋਇਆ ਸਾਰਾ ਵਿਅਰਥ ਹੈ, ਕਿਸੇ ਲੇਖੇ ਵਿੱਚ ਨਹੀਂ ਹੈ। ਜੇ ਖਾ ਕੇ ਲੰਮੀਆਂ ਤਾਣ ਕੇ ਪਏ ਰਹਿਣਾ ਹੈ ਤਾਂ ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹੈ। 10-8 ਲਿਖੇ ਹੋਵਹਿ ਪਾਸ, ਇਸੇ ਤਰ੍ਹਾਂ ਇਹ ਬ੍ਰਾਹਮਣ 10 ਅਤੇ 8 18 ਪੁਰਾਣ ਆਪਣੇ ਹੱਥੀਂ ਲਿਖ ਕੇ ਫਿਰ ਪਾਸ ਹੀ ਰੱਖੇ ਹੋਏ ਹੋਣ। ਚਾਰੇ ਵੇਦ ਮੁਖਾਗਰ ਪਾਠ, ਚਾਰੇ ਵੇਦ ਜਿਹੜੇ ਸਾਮ ਰਿਗ ਜਜਰ ਅਥਰਵਣ ਹਨ, ਇਹ ਚਾਰੇ ਵੇਦ ਹੀ ਮੁੱਖ ਆਗਰ ਮੁੱਖ ਦੇ ਸਾਹਮਣੇ ਹੋਣ, ਭਾਵ ਕੰਟਸਥ ਹੋਣ। ਮੁੱਖ ਦੇ ਅੱਗੇ ਇਹ ਵੇਦਾਂ ਦੀਆਂ ਸੁਰਤੀਆਂ 1 ਲੱਖ ਸੁਰਤੀਆਂ ਰਸਨਾ ਦੇ ਉੱਪਰ ਕੰਠ ਹੋਣ, ਆਪ ਸੁਣਦਾ ਹੋਵੇ ਅਤੇ ਦੂਸਰੇ ਨੂੰ ਪੜ੍ਹ ਕੇ ਸੁਣਾਉਂਦਾ ਹੋਵੇ। 4 ਵੇਦਾਂ ਦਾ ਕੰਠੀ ਪਾਠ ਕਰੇ। ਪੁਰਬੀ ਨਾਵੈ ਵਰਨਾ ਕੀ ਦਾਤ, ਅਤੇ ਪੁਰਬੀ ਨਾਵੈ ਨਹੀਂ ਨਾਵੈ ਪਾਠ ਇੱਥੇ ਵੀ ਪੁਰਬੀ ਨਾਵੈ। ਇੱਕ ਤਾਂ ਹੁੰਦਾ ਪੁਰਬ, ਉਹ ਕੁੰਭ ਦੇ ਮੇਲੇ ਨੂੰ ਕਿਹਾ ਜਾਂਦਾ ਹੈ, ਜਿਹੜਾ ਵੀ 12 ਸਾਲ ਬਾਅਦ ਇੱਕ ਥਾਂ 'ਤੇ ਆਉਂਦਾ। ਉਂਝ ਕੁੰਭ ਦਾ ਮੇਲਾ 4 ਸਾਲ ਬਾਅਦ ਆਉਂਦਾ ਹੈ, 4 ਸਾਲ ਬਾਅਦ ਆ ਜਾਂਦਾ। ਇੱਕ ਥਾਂ 'ਤੇ 12 ਸਾਲ ਬਾਅਦ ਆਉਂਦਾ। ਜਿਹੜੀ 6 ਮਹੀਨੇ ਬਾਅਦ, ਜਿਹੜੀ 6 ਸਾਲ ਬਾਅਦ ਆਉਂਦੀ ਉਹਨੂੰ ਕਹੀਦਾ ਪੁਰਬੀ। ਇਵੇਂ ਪੁਰਬੀਆਂ ਦੇ ਇਸ਼ਨਾਨ ਕਰੇ, ਨਹਾਵੇ, ਫਿਰ ਉੱਥੇ
ਵਰਨਾ ਕੀ ਦਾਤ। ਜਿਹੋ ਜਿਹੇ ਵਰਨ ਆਏ ਹੋਣ, ਭਾਵ ਬ੍ਰਾਹਮਣ, ਖੱਤਰੀ, ਸੂਦ, ਵੈਸ, ਅਤੇ ਇਹਨਾਂ ਪੁਰਬੀਆਂ 'ਤੇ ਇਸ਼ਨਾਨ ਕਰਕੇ ਉਹਨਾਂ ਵਰਨਾਂ ਵਾਲਿਆਂ ਨੂੰ ਦਾਤ ਕਹੀਏ, ਦਾਨ ਦੇਵੇ। ਜਿਹੋ ਜਿਹਾ ਸਰਦਾ ਬਣਦਾ, ਜਿਹੋ ਜਿਹਾ ਕਿਸ ਦਾ ਵਰਨ ਹੈ, ਬ੍ਰਾਹਮਣ ਅਤੇ ਬ੍ਰਾਹਮਣ ਦਾ ਜੋ ਯੋਗਦਾਨ ਹੈ, ਛਤਰੀ ਦਾ ਛਤਰੀ ਜੋ ਯੋਗਦਾਨ ਹੈ, ਸ਼ੂਦਰ ਦਾ, ਇਸ ਤਰ੍ਹਾਂ ਵੈਸ ਦਾ ਜੋ ਸਰਦਾ ਬਣਦਾ ਦਾਨ ਉਹ ਦੇਵੇ, ਉਹਨਾਂ ਨੂੰ ਛਕੇ ਛਕਾਵੇ ਆਪ, ਅਤੇ ਆਪ ਵੀ ਛਕੇ ਉਹਨਾਂ ਨੂੰ ਵੀ ਛਕਾਵੇ। ਇਸੇ ਤਰ੍ਹਾਂ ਜਾਂ ਵੀ ਪੁਰਬੀ ਨਹਾਵੇ, ਆ ਜਿਹੜੇ ਜਦੋਂ ਮੱਸਿਆ ਅਤੇ ਸੂਰਜ ਗ੍ਰਹਿਣ ਲੱਗਦਾ ਹੈ ਅਤੇ ਉਹਨੂੰ ਵੀ ਪੁਰਬੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਚੰਦਰਮਾ ਨੂੰ ਪੂਰਨਮਾਸ਼ੀ 'ਤੇ ਗ੍ਰਹਿਣ ਲੱਗਦਾ ਉਹਨੂੰ ਵੀ ਪੁਰਬੀ ਕਿਹਾ ਜਾਂਦਾ ਹੈ। ਅਤੇ ਉਸ ਵੇਲੇ ਜਦੋਂ ਪੁਰਬੀ ਲੱਗਦੀ ਹੈ ਅਤੇ ਉਦੋਂ ਇਸ਼ਨਾਨ ਕਰੇ। ਜਦੋਂ ਸੂਰਜ ਗ੍ਰਹਿਣ ਲੱਗਦਾ ਅਤੇ ਸ਼ਾਮ ਦੇ ਵੇਲੇ ਇਸ਼ਨਾਨ ਕਰੇ। ਫਿਰ ਜੇ ਬ੍ਰਾਹਮਣ, ਖੱਤਰੀ, ਸੂਦ, ਵੈਸ ਜਿੰਨੇ ਵੀ ਵਰਨਾਂ ਦੇ ਉੱਥੇ ਲੋਕ ਹੈ ਉਹਨਾਂ ਨੂੰ ਦਾਨ ਪੁੰਨ ਕਰੇ, ਨਾਲੇ ਛਕੇ ਅਤੇ ਨਾਲੇ ਛਕਾਵੇ ਉਹਨਾਂ ਸਾਰਿਆਂ ਨੂੰ। ਜੇ ਬ੍ਰਾਹਮਣ ਦਾ ਸੂਰਜ ਗ੍ਰਹਿਣ ਹੈ ਅਤੇ ਚਿੱਟਾ ਪੋਸ਼ਾਕਾ ਦੇਵੇ ਸ਼ਾਮ ਦੇ ਵੇਲੇ। ਜੇ ਚੰਦਰਮਾ ਨੂੰ ਗ੍ਰਹਿਣ ਲੱਗਾ ਹੈ ਪੂਰਨਮਾਸ਼ੀ ਵਾਲੇ ਦਿਨ, ਅਤੇ ਉਹ ਸਮਾਪਤ ਹੁੰਦਿਆਂ ਹੀ, ਦਿਨ ਚੜ੍ਹਦਿਆਂ ਹੀ ਬ੍ਰਾਹਮਣ ਨੂੰ ਲਾਲ ਪੋਸ਼ਾਕਾ ਦੇਵੇ। ਇਵੇਂ ਜਿਹੜੇ ਯੋਗ ਬਣਦੇ ਦਾਤ ਦਾਨ ਹੈ ਉਹ ਵਰਨਾ ਸਾਰਿਆਂ ਨੂੰ ਦੇਵੇ। ਜੇ ਵਰਤ ਨੇਮ ਕਰੇ ਦਿਨ ਰਾਤ, ਤੇ ਵਰਤ ਵੀ ਕਰੇ ਦਿਨ ਰਾਤ। ਇਕਾਦਸ਼ੀ ਦਾ ਵਰਤ, ਅਸ਼ਟਮੀ ਦਾ ਵਰਤ, ਹੋਰ ਕਈ ਵਰਤ ਹੈ, ਇਵੇਂ ਦੁਆਦਸ਼ੀ ਦਾ ਵਰਤ। ਇਹ ਜਿਹੜੇ ਵਰਤ ਉਹ ਵੀ ਦਿਨ ਰਾਤ ਕਰੇ। ਫਿਰ ਨੇਮ ਕਰੇ ਰਾਤ ਦਿਨ। ਜੇ ਨੇਮ ਕਈ ਤਰ੍ਹਾਂ ਦੇ ਹੈ। ਕਈਆਂ ਨੇ ਇਹ ਨੇਮ ਕੀਤਾ ਹੁੰਦਾ ਵੀ ਹੁਣ ਮੈਂ ਘਰ ਹੀ ਛੱਡ ਦੇਣਾ, ਇੰਨੇ ਸਾਲ ਘਰ ਵਿੱਚ ਨਹੀਂ ਪ੍ਰਵੇਸ਼ ਕਰਨਾ। ਅਤੇ ਆਹ ਵੀ ਨੇਮ ਹੁੰਦਾ ਵੀ ਹੁਣ ਮੈਂ 12 ਸਾਲ ਜਿਹੜੀ ਰੋਟੀ ਨਹੀਂ ਖਾਣੀ ਹੈ, ਇਕੱਲਾ ਪਾਣੀ ਪੀ ਕੇ ਰਹਿਣਾ ਹੈ। 12 ਸਾਲ ਪਾਣੀ ਨਹੀਂ ਪੀਣਾ, ਇਕੱਲੇ ਪੱਤੇ ਹੀ ਖਾਣੇ ਹੈ। 12 ਸਾਲ ਪੱਤੇ ਵੀ ਨਹੀਂ ਖਾਣੇ, ਜਿਹੜਾ ਹੈ ਪੌਣਹਾਰੀ ਰਹਿਣਾ ਹੈ। ਐਵੇਂ ਨੇਮ ਕਈ ਕਰ ਲੈਂਦੇ। ਕੋਈ ਕਹਿੰਦੇ ਵੀ ਅਸੀਂ ਇਕੱਲੇ ਫਲਾਂ ਦੇ ਸਹਾਰੇ ਹੀ ਰਹਿਣਾ ਹੈ 12 ਸਾਲ। ਕੋਈ ਕਹਿੰਦਾ ਹੁਣ ਮੈਂ 12 ਸਾਲ ਜੁੱਤੀ ਨਹੀਂ ਪਾਉਣੀ, ਨੰਗੇ ਪੈਰੀ ਰਹਿਣਾ ਹੈ। ਕਈ ਕਹਿੰਦੇ ਵੀ ਹੁਣ 12 ਸਾਲ ਕਿਸੇ ਛੱਤ ਦੇ ਥੱਲੇ ਨਹੀਂ ਸੌਣਾ ਹੈ, ਰੁੱਖ ਦੇ ਥੱਲੇ ਸੌਂ ਜਾਣਾ, ਛੱਤ ਥੱਲੇ ਨਹੀਂ ਰਹਿਣਾ ਹੈ, ਜਾਂ ਵੀ ਰੜੇ ਮੈਦਾਨ ਹੀ ਰਹਿਣਾ ਹੈ। 12 ਸਾਲ ਮੈਂ ਹੁਣ ਕੱਪੜੇ ਨਹੀਂ ਪਾਉਣੇ, ਸਵਾਈ ਮਲ ਕੇ ਰੱਖਣੀ ਹੈ, ਨਾਂਗੇ ਹੀ ਬਣ ਕੇ ਰਹਿਣਾ ਹੈ। 12 ਸਾਲ ਹੁਣ ਮੈਂ ਜਿਹੜਾ ਇੱਕ ਰਾਤ ਤੋਂ ਬਿਨਾਂ ਦੂਸਰੀ ਰਾਤ ਨਹੀਂ ਕੱਟਣੀ ਇੱਕ ਥਾਂ 'ਤੇ, ਭਾਵ ਡਾਂਗ 'ਤੇ ਡੇਰਾ ਰੱਖਣਾ ਹੈ। ਕਿਉਂਕਿ ਵੇਦਾਂ ਵਿੱਚ ਇਹੋ ਜਿਹੇ ਨਿਯਮ ਲਿਖੇ ਹੋਏ ਹੈ ਵੀ ਜਿੰਨਾ ਕੋਈ ਪੁਰਸ਼ ਕਦੀ ਕਿਤੇ ਕਦੀ ਕਿਤੇ ਜਿੰਨਾ ਹੀ ਦੇਸ਼ਾਂ ਦਾ ਥਾਂ ਦਾ ਰਟਨ ਕਰ ਲਏਗਾ, ਅਗਲੇ ਜਨਮ ਵਿੱਚ ਉਹਦਾ ਉੱਥੋਂ ਤੱਕ ਹੀ ਰਾਜ ਭਾਗ ਹੋਵੇਗਾ। ਜਿਸ ਕਰਕੇ ਉਹ ਪੜ੍ਹ ਪੜ੍ਹਾ ਕੇ ਕਈ ਡਾਂਗ 'ਤੇ ਡੇਰਾ ਰੱਖਦੇ ਵੀ ਇੰਨਾ ਗਾਂ ਰਾਜ ਕਰਾਂਗੇ ਇੰਨੇ ਦੇਸ਼ ਵਿੱਚ। ਇਵੇਂ ਨੇਮ ਕਰੇ, ਕਈ ਨੇਮ ਕਰ ਲੈਂਦੇ ਭੁੱਖੇ ਰਹਿਣਾ ਹੈ। ਇਵੇਂ ਸਤਿਗੁਰੂ ਜੀ ਕਹਿੰਦੇ ਵੀ ਵਰਤ ਵੀ ਦਿਨ ਰਾਤ ਜੇ ਕਰੇ। ਨੇਮ ਜਿਹੜੇ ਨਿਯਮ ਹੈ ਉਹ ਨਿਯਮ ਵੀ ਨੇਮ ਨਾਲ ਰਾਤ ਦਿਨ ਕਰੇ। ਇਹ ਨਹੀਂ ਵੀ ਦਿਨੇ ਕਰੇ ਲੋਕਾਂ ਸਾਹਮਣੇ ਕਵੇ ਵੀ ਮੈਂ ਭੁੱਖਾ ਹੀ ਰਹਿਣਾ ਹੈ, ਮੈਂ ਤਾਂ ਭੁੱਖਾ ਹੀ ਰਹਿਣਾ, ਦੁੱਧ ਦੇ ਸਹਾਰੇ ਰਹਿਣਾ, ਦੁੱਧ ਹੀ ਇਕੱਲਾ ਪੀਂਦਾ ਹਾਂ। ਅਤੇ ਜਦੋਂ ਪਵੇ ਰਾਤ ਉਦੋਂ ਪੰਜੀਰੀ 5-5 ਸੇਰ ਇਕੱਲੀ ਖਾ ਜਾਂਦਾ ਹੋਵੇ ਅਤੇ ਲੋਕਾਂ ਵਿੱਚ ਮੇਰਾ ਪਰਦਾ ਯਾਰ ਨਾ ਹੋਵੇ। ਫਿਰ ਉਹ ਲੋਕ ਜਦੋਂ ਆ ਮੈਦਾਨ ਆਦਿਕ ਦੀ ਕਿਰਿਆ ਕਰਦੇ ਅਤੇ ਪਾਣੀ ਵਿੱਚ ਜਾ ਕੇ ਅਤੇ ਫਿਰ ਉਹ ਵੜ ਜਾਂਦੇ ਹੈ। ਅਤੇ ਜਦੋਂ ਉੱਥੇ ਕਿਰਿਆ ਕਰਦੇ ਹੁਣ ਉਹ ਵਿਸ਼ਟਾ ਦੇ ਉੱਪਰ ਆ ਹੀ ਜਾਂਦੀ ਹੈ। ਫਿਰ ਜਿਹੜੇ ਦੂਰ ਫੜੇ ਜਾਂਦੇ ਇਹੋ ਜਿਹੇ ਕੋਈ ਨੇਮ ਕਰਨ ਵਾਲੇ, ਦਿਨ ਦਾ ਜਾਂ ਲੁਕ ਛਿਪ ਕੇ ਕਰਨ ਵਾਲੇ, ਅਤੇ ਲੋਕਾਂ ਸਾਹਮਣੇ ਕਰ ਲੈਣਾ ਨਿਯਮ, ਬਾਅਦ ਵਿੱਚ ਫਿਰ ਉਹੀਓ ਮਾੜੇ ਧੰਦੇ ਕੰਮ ਆਦਿ ਕਰੀ ਜਾਣੇ। ਗੁਰੂ ਮਹਾਰਾਜ ਕਹਿੰਦੇ ਬ੍ਰਾਹਮਣਾ ਵਰਤ ਵੀ ਦਿਨ ਰਾਤ ਜੇ ਕਰੇ ਅਤੇ ਨੇਮ ਵੀ ਰਾਤ ਦਿਨ ਕਰੇ। ਕਾਜੀ ਮੁੱਲਾ ਹੋਵੈ ਸੇਖ। ਫਿਰ ਮੁਸਲਮਾਨਾਂ ਦੇ
ਮੁਸਲਮਾਨਾਂ ਨੂੰ ਫਤਵੇ ਲਾਉਣ ਵਾਲਾ ਕਾਜ਼ੀ ਹੋ ਜਾਵੇ, ਮੁਸਲਮਾਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਲਾ ਮੁੱਲਾ ਹੋ ਜਾਵੇ। ਇਸੇ ਤਰ੍ਹਾਂ ਸ਼ੇਖ ਇੱਕ ਜਾਤੀ ਹੈ, ਇੱਕ ਸ਼ੇਖ ਖਾਨ ਪਠਾਨ, ਇਹ ਬਿਰਧ ਜਾਤੀ ਦੇ ਸ਼ੇਖ ਹੈ। ਉੱਚੀ ਸ਼ੇਖ ਜਾਤੀ, ਜਿਵੇਂ ਇੱਧਰੋਂ ਬ੍ਰਾਹਮਣ ਜਾਤੀ ਉੱਚੀ ਹੈ, ਇਵੇਂ ਸ਼ੇਖ ਵੀ ਹੋ ਜਾਏ। ਜੋਗੀ ਜੰਗਮ ਭਗਵੇ ਭੇਖਾ, ਗੋਰਖਨਾਥ ਦਾ ਚੇਲਾ ਬਣ ਕੇ ਜੋਗੀ ਕੰਨ ਪੜਵਾ ਕੇ, ਠੂਠਾ ਫੜ ਕੇ, ਚਿੱਪੀ ਫੜ ਕੇ, ਅਤੇ ਇਸੇ ਤਰ੍ਹਾਂ ਗੋਦੜੀ ਧਾਰਨ ਕਰਕੇ, ਬਲੌਰ ਦੇ ਕੱਚ ਦੀਆਂ ਮੁੰਦਰਾਂ ਪਾ ਕੇ ਜੋਗੀ ਹੋ ਜਾਏ। ਅਤੇ ਜੰਗਮ ਸ਼ਿਵ ਮੱਤ ਵਾਲੇ ਜਿਹੜੇ ਸ਼ਿਵ ਜੀ ਦੇ ਉਪਾਸਕ, ਟੱਲੀਆਂ ਜਿਹੀਆਂ ਹੱਥ 'ਚ ਫੜ ਕੇ, ਵਾਲਾਂ ਦੇ ਉੱਪਰ ਐਵੇਂ ਇੱਕ ਸਿਲਵਰ ਦਾ ਕਲਿੱਪ ਜਿਹਾ ਪਾ ਕੇ ਤਾਂ ਨੂੰ ਵਾਲ ਕੱਢ ਕੇ, ਅਤੇ ਫਿਰ ਉਹ ਜੰਗਮ ਹੋ ਜਾਏ। ਪਾਰਵਤੀ ਅਤੇ ਸ਼ਿਵ ਜੀ ਦੇ ਗੀਤ ਗਾਉਂਦਾ ਫਿਰੇ ਬਾਜ਼ਾਰਾਂ ਜਿੱਥੇ ਬਾਜ਼ਾਰਾਂ 'ਚ ਤੁਰੇ ਫਿਰਦੇ ਨੇ ਟੱਲੀਆਂ ਵਜਾਉਣ ਵਾਲੇ। ਇਸੇ ਤਰ੍ਹਾਂ ਹੋਰ ਭਗਵੇ ਭੇਖ, ਗੇਰੂ ਰੰਗ ਦੇ ਕੱਪੜੇ ਪਾ ਲਵੇ, ਐਵੇਂ ਜਿਹੜਾ ਭੰਗਵਾ ਭੇਖ ਧਾਰਨ ਕਰ ਲਵੇ। ਕੋ ਗਿਰਹੀ ਕਰਮਾਂ ਕੀ ਸੰਦ, ਕੋਈ ਜਿਹੜਾ ਗਿਰਹੀ ਗ੍ਰਸਤੀ ਬਣ ਜਾਏ, ਅਤੇ ਜਿਹੜਾ ਕੋਈ ਗ੍ਰਸਤੀ ਹੈ ਉਹ ਵੀ ਇਸੇ ਤਰ੍ਹਾਂ ਕਰਮਾਂ ਦੇ ਸੰਦ ਕਹੀਏ ਮਿਲਾਪੀ ਹੋ ਜਾਏ। ਐਸੇ ਕਰਮਾਂ ਨਿਸ਼ਕਾਮ ਕਰਮਾਂ ਵਿੱਚ ਜੁੜ ਜਾਏ। ਬਿਨ ਬੂਝੇ ਸਭ ਖੜੀਅਸ ਬੰਦ, ਇਹਨਾਂ ਸਾਰਿਆਂ ਕਰਮਾਂ ਵਿੱਚ ਜੁੜ ਜਾਏ। ਤੇ ਪਰ ਹੇ ਬ੍ਰਾਹਮਣ, ਜੇ ਆਪਣਾ ਗੁਰੂ ਤੋਂ ਨਹੀਂ ਨਾ ਪੁੱਛਦਾ ਉਹ ਮਨੁੱਖ, ਇਹਨੇ ਕਰਮ ਕਰਨ ਵਾਲਾ ਵੀ, ਜੇ ਆਪਣੇ ਸਤਿਗੁਰੂ ਤੋਂ ਨਹੀਂ ਪੁੱਛਦਾ, ਬਿਨ ਬੂਝੇ, ਬਿਨਾਂ ਸਤਿਗੁਰੂ ਤੋਂ ਬੂਝੇ ਕਹੀਏ ਪੁੱਛਿਆ, ਅਤੇ ਗੁਰੂ ਤੋਂ ਪੁੱਛੇ ਤੋਂ ਬਿਨਾਂ ਜੇ ਆਪਣੇ ਸਰੂਪ ਦਾ ਉਹ ਗਿਆਨ ਇਹਨਾਂ ਨੂੰ ਸੋਚਦਾ, ਆਪਣੇ ਗਿਆਨ ਦੇ, ਆਪਣੇ ਸਰੂਪ ਦੇ ਗਿਆਨ ਦੇ ਜਾਣੇ ਤੋਂ ਬਿਨਾਂ ਹੀ ਜਿਹੜੇ ਹੈਗੇ ਐਸੇ ਕਰਮ ਕਰਨ ਵਾਲੇ, ਉਹ ਜੋਗੀ ਜੰਗਮ ਭਗਵੇਂ ਭੇਖਾਂ ਵਾਲੇ, ਪੁਰਬੀਆਂ ਨਹਾਉਣ ਵਾਲੇ, ਕਾਜੀ ਮੁੱਲਾ ਸ਼ੇਖ, ਸਭ ਖੜੀਏ ਸੰਬੰਧ, ਉਹ ਸਾਰੇ ਬੰਨ੍ਹ ਕੇ ਜੂੜ ਕੇ ਖੜੇ ਜਾਣਗੇ। ਉਹ ਸੱਚੀ ਦਰਗਾਹ ਵਿੱਚ ਫੜੇ ਜਾਣਗੇ, ਲੈ ਕੇ ਜਾਏ ਜਾਣਗੇ। ਜਿਤ ਜੀਆ ਲਿਖੀ ਸਰਕਾਰ, ਕਿਉਂਕਿ ਜਿੰਨੇ ਵੀ ਸੰਸਾਰ ਦੇ ਸ੍ਰਿਸ਼ਟੀ ਵਿੱਚ ਜੀਵ ਹੈ, ਉਹਨਾਂ ਸਾਰਿਆਂ ਦੇ ਮੱਥਿਆਂ ਉੱਪਰ ਪਰਮੇਸ਼ਰ ਨੇ ਹੁਕਮ ਰੂਪੀ ਕਾਰ ਲਿਖੀ ਹੋਈ ਹੈ। ਕਰਨੀ ਉੱਪਰ ਹੋਵਗ ਸਾਰਾ, ਜਿਸ ਕਰਕੇ ਜਿਹੋ ਜਿਹੀ ਜੀਵ ਦੀ ਕਰਨੀ ਹੋਏਗੀ, ਕਰਨੀ ਕਮਾਈ ਹੋਏਗੀ, ਉਹ ਕਮਾਈ ਦੇ ਉੱਪਰ ਹੀ ਉਹਦੀ ਸਾਰ ਸੰਭਾਲ ਹੋਏਗੀ। ਜੇ ਉਹਦੇ ਚੰਗੀ ਕਰਨੀ ਹੋਏਗੀ ਤਾਂ ਉਹਦੀ ਸੋਹਣੀ ਸਰੇਠ ਸਾਰ ਸੰਭਾਲ ਹੋਏਗੀ ਅਗਲੇ ਪਾਸੇ ਜਾ ਕੇ। ਜੇ ਜੀਵ ਦੀ ਮਾੜੀ ਕਰਨੀ ਹੋਏਗੀ ਤਾਂ ਉਹਦੀ ਮਾੜੀ ਕਰਨੀ ਉੱਪਰ ਉਹਦੀ ਉਹੋ ਜਿਹੀ ਸੰਭਾਲ ਹੋਵੇਗੀ, ਉਹਦੀ ਡੰਡਾ ਪਰੇਡ ਹੋਏਗੀ। ਹੁਕਮ ਕਰਹਿ ਮੂਰਖ ਗਵਾਰਾ, ਇਹ ਪਰਮੇਸ਼ਰ ਜਿਹੜੇ ਹੁਕਮ ਕਰਦੇ ਨਾ ਤੇਰੇ ਅੱਗੇ, ਜਿਹੜੇ ਤੇਰੇ ਅੱਗੇ ਉਂਗਲਾਂ ਕਰ ਕਰਕੇ ਕਹਿੰਦੇ ਆ ਫਲਾਣੇ ਨੂੰ ਪੁੱਤ ਦੇ ਦੇ, ਫਲਾਣੇ ਨੂੰ ਤੂੰ ਮਾਰ, ਗਾਈਆਂ ਦੇ ਦੇ, ਟੱਬਰ ਦੇ ਵਿੱਚ ਸੁੱਖ ਸ਼ਾਂਤ ਬਖਸ਼ ਦੇ, ਕਿਉਂਕਿ ਤੇਰੇ ਹੁਕਮ ਵਿੱਚ ਹੀ ਸਾਰਾ ਕੁਝ ਹੋ ਰਿਹਾ। ਆਹ ਜਿਹੜੇ ਹੁਕਮ ਕਰਦੇ ਨਾ ਤੇਰੇ ਅੱਗੇ ਖਲੋ ਖਲੋ ਕੇ, ਹੇ ਪਰਮੇਸ਼ਰ, ਉਹਦੇ ਮੂਰਖੀ ਆ, ਬੜੇ ਗਵਾਰ ਬੇਸਮਝ, ਉਹਦੇ ਮੂਰਖਾਂ ਦਾ ਲਾਣਾ ਇਕੱਠਾ ਹੋਇਆ ਹੈ। ਨਾਨਕ ਸਾਚੇ ਕੇ ਸਿਫਤ ਭੰਡਾਰ, ਗੁਰੂ ਸਾਹਿਬ ਜੀ ਕਹਿੰਦੇ, ਹੇ ਬ੍ਰਾਹਮਣ, ਜਿਹੜੇ ਸੱਚੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹੈ, ਉਹਨਾਂ ਦੇ ਅੰਤःਕਰਨ ਵਿੱਚ ਸ਼ੁਭ ਗੁਣਾ ਰੂਪੀ ਭੰਡਾਰੇ ਭਰੇ ਰਹਿੰਦੇ, ਨਾਮ ਦੇ ਖਜ਼ਾਨੇ ਭੰਡਾਰੇ ਭਰੇ ਰਹਿੰਦੇ ਉਹਨਾਂ ਦੇ ਅੰਦਰ, ਸੇਵਾ ਦੇ ਭੰਡਾਰੇ ਭਰੇ ਰਹਿੰਦੇ ਉਹਨਾਂ ਦੇ ਅੰਦਰ, ਜਿਹੜੇ ਸੱਚੇ ਪਰਮੇਸ਼ਰ ਦੀ ਸਿਫਤ ਕਰਦੇ ਹੈ। ਇਸੇ ਤਰ੍ਹਾਂ ਜੋ ਸੱਚੇ ਪਰਮੇਸ਼ਰ ਦੀ ਸਿਫਤ ਕਰਦੇ ਨਾ, ਸਾਧ ਸੰਗਤ ਰੂਪੀ ਦਰ ਵਿੱਚ ਜਾ ਕੇ ਉਹਨਾਂ ਦੇ ਪ੍ਰਤੱਖ ਭੰਡਾਰੇ ਵੀ ਭਰੇ ਰਹਿੰਦੇ ਆ। ਧਰਮ ਅਰਥ ਕਾਮ ਮੋਖ, ਧਨ ਨਾਲ ਵੀ ਉਹਨਾਂ ਦੇ ਭੰਡਾਰੇ ਭਰੇ ਰਹਿੰਦੇ ਆ। ਉਹ ਚੌਵੇਂ ਪਦਾਰਥਾਂ ਦੇ ਮਾਲਕ ਬਣੇ ਰਹਿੰਦੇ ਆ। ਦੋਹਰਾ
ਸੁਨ ਕਰ ਦਿਜ ਬਰ ਬੰਦ ਕਰ। ਸੁਣ ਕਰਕੇ ਜੋ ਦਿਜਬਰ ਸੀ ਨਾ ਬ੍ਰਾਹਮਣ ਦੋਵੇਂ ਹੱਥ ਜੋੜ ਕੇ ਧਰਿਓ ਚਰਨ ਪੁਰ ਸੀਸ। ਆਪਣਾ ਜਿਹੜਾ ਸਿਰ ਹੈ ਸੀਸ ਹੈ ਸਤਿਗੁਰ ਜੀ ਦੇ ਚਰਨਾਂ ਉੱਪਰ ਰੱਖਿਆ ਇਸਨੇ। ਭਇਓ ਸਿੱਖ ਸਤਿਗੁਰੂ ਕੋ। ਐਵੇਂ ਬ੍ਰਾਹਮਣ ਤੋਂ ਸਤਿਗੁਰ ਜੀ ਦਾ ਸਿੱਖ ਹੋ ਗਿਆ। ਨਾਮ ਜਪਤ ਜਗਦੀਸ਼। ਜੋ ਜਗਤ ਦੇ ਮਾਲਕ ਹੈ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ ਸਤਿਗੁਰ ਜੀ ਦਾ ਨਾਮ ਜਪਦਾ ਹੈ। ਇਸੇ ਤਰ੍ਹਾਂ ਜੋ ਸੰਸਾਰ ਦਾ ਮਾਲਕ ਵਾਹਿਗੁਰੂ ਹੈ ਉਸ ਵਾਹਿਗੁਰੂ ਨਾਮ ਨੂੰ ਜਪਦਾ ਹੈ। ਚੌਪਈ ਭਾਉ ਭਗਤ ਕੀ ਔਰ ਲਿਵ ਲਾਗੀ। ਜਿਹੜੀ ਵਾਹਿਗੁਰੂ ਦੀ ਪ੍ਰੇਮ ਨਾਲ ਭਗਤੀ ਕਰਨੀ ਉਹਦੇ ਵਿੱਚ ਇਹਦੇ ਹਿਰਦੇ ਦੀ ਲਿਵ ਲੱਗ ਗਈ ਹੈ, ਬਿਰਤੀ ਲੱਗ ਗਈ ਹੈ। ਸਤਨਾਮ ਸਿਮਰਨ ਰਤ ਜਾਗੀ। ਸਤਨਾਮ ਵਾਹਿਗੁਰੂ ਵੀ ਮੈਂ ਕਰਦਾ ਹੀ ਰਹਾ। ਐਸੀ ਇਹਦੀ ਸਤਨਾਮ ਵਾਹਿਗੁਰੂ ਦੇ ਸਿਮਰਨ ਵਿੱਚ ਹੀ ਪ੍ਰੀਤੀ ਜਾਗੀ ਹੈ। ਗੁਰ ਕਰਨਾ ਕੋ ਪਾਏ ਵਿਸਾਲਾ। ਤੇ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਵੱਡੀ ਕਿਰਪਾ ਤਰਸ ਨੂੰ ਹੀ ਪਾ ਕੇ ਭਰਮ ਸਰਬ ਨਾਸਿਓ ਤਤਕਾਲਾ। ਇਸ ਬ੍ਰਾਹਮਣ ਦਾ ਜਿਹੜਾ ਭਰਮ ਸੀ ਨਾ ਸਾਰਾ ਹੀ ਉਹ ਬੜੀ ਛੇਤੀ ਨਾਸ ਹੋ ਗਿਆ, ਕਿਉਂਕਿ ਸਤਿਗੁਰ ਭਰਮ ਕੇ ਪਰਦੇ ਖੋਲ੍ਹੇ। ਭਰਮ ਦੇ ਪਰਦੇ ਸਾਧ ਸੰਗਤ ਜੀ ਸਤਿਗੁਰੂ ਹੀ ਖੋਲ੍ਹਦੇ ਆ, ਹੋਰ ਕੋਈ ਨਹੀਂ ਖੋਲ੍ਹ ਸਕਦਾ। ਪੂਰੇ ਸਤਿਗੁਰੂ ਹੋਣ ਉਹ ਭਰਮ ਖੋਲ੍ਹਦੇ ਆ। ਭਰਮ ਦੇ ਪਰਦੇ, ਆਸਾ ਅੰਦੇਸਾ ਦੇ ਪਰਦੇ, ਪੰਜਾਂ ਕੋਸ਼ਾਂ ਦੇ ਪਰਦੇ ਗੁਰੂ ਮਹਾਰਾਜ ਆਪ ਖੋਲ੍ਹਦੇ। ਇਹਦੇ ਵੀ ਭਰਮ ਸਾਰਾ ਹੀ ਨਾਸ ਹੋ ਗਿਆ ਬੜੀ ਛੇਤੀ ਨਾਲ। ਗੁਰੂ ਜੀ ਕਾ ਸਿੱਖ ਹੋ ਗਿਆ। ਰਹਿੰਦੇ ਸਮੇਂ ਤੱਕ ਫਿਰ ਇਸ ਨੇ ਸਾਧ ਸੰਗਤ ਜੀ ਗੁਰੂ ਜੀ ਦਾ ਨਾਮ ਜਪਦਾ ਰਿਹਾ। ਐਵੇਂ ਕਰਮ ਕਾਂਡੀ ਜਿਹੜੇ ਬ੍ਰਾਹਮਣ ਐਸੇ ਸਨ, ਐਸਿਆਂ ਕਈਆਂ ਨੂੰ ਉਪਦੇਸ਼ ਦਿੱਤਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬੈਣੀ ਪੰਡਤ ਨੂੰ, ਜਿਹੜਾ ਚੂਣੀਆਂ ਪਿੰਡ ਲਾਹੌਰ ਨਗਰ ਦਾ ਨਿਵਾਸੀ ਸੀ, ਉਹ ਵੀ ਇਸੇ ਤਰ੍ਹਾਂ ਦਿਗ ਵਿਜੇ ਕਰਦਾ ਫਿਰਦਾ ਸੀ। ਗੋਇੰਦਵਾਲ ਆ ਕੇ ਉਹਨੇ ਵੀ ਇਹੋ ਜਿਹੀ ਸ਼ੰਕਾ ਕੀਤਾ ਸੀ। ਅਤੇ ਫਿਰ ਸਾਧ ਸੰਗਤ ਜੀ ਉਹਨੂੰ ਹੀ ਗੁਰੂ ਮਹਾਰਾਜ ਨੇ ਸਮਝਾਇਆ, ਉਪਦੇਸ਼ ਦੇ ਕੇ ਬਖਸ਼ਿਸ਼ ਕੀਤੀ ਸੀ, ਸਿੱਧੇ ਰਾਹ ਪਾਇਆ ਸੀ ਅਤੇ ਬਚਨ ਕੀਤੇ ਸਨ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਇਹ ਬ੍ਰਾਹਮਣ ਬੇਣੀ ਪੰਡਤ ਉਹ ਬ੍ਰਹਮ ਜਿਹੜੇ ਪਰਮੇਸ਼ਰ ਬ੍ਰਹਮ ਨੂੰ ਜਾਣਦੇ ਨਾ, ਬਿੰਦੇ ਕਹੀਏ ਜਾਣਦੇ ਹੈ, ਬ੍ਰਹਮਤਰ ਉਹਨਾਂ ਦਾ ਬ੍ਰਹਮਪੁਣਾ ਰਹਿੰਦਾ ਹੈ। ਬ੍ਰਾਹਮਣ ਪੁਣਾ ਜਿਹੜੇ ਇੱਕ ਪਰਮੇਸ਼ਰ ਦੇ ਨਾਮ ਵਿੱਚ ਲਿਵ ਲਾ ਕੇ ਰੱਖਦੇ ਹੈ ਅਤੇ 9 ਨਿਧੀਆਂ 18 ਸਿੱਧੀਆਂ ਦੇ ਮਾਲਕ ਹੋ ਜਾਂਦੇ ਹੈ, ਜਿਹੜੇ ਗੁਰੂ ਦੇ ਸ਼ਬਦ ਨੂੰ ਵਸਾ ਕੇ ਹਿਰਦੇ ਵਿੱਚ ਰੱਖਦੇ ਹੈ। ਨਾਲ ਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਹੋਰ ਵੀ ਕਹਿੰਦੇ, ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਹੈ। ਭਾਈ ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਪਰਮੇਸ਼ਰ ਦੀ ਵਿਚਾਰ ਕਰਦਾ ਹੈ। ਇਸੇ ਤਰ੍ਹਾਂ ਵੇਦਾਂ ਵਿੱਚ ਵੀ ਸੁਰਤੀ ਆਉਂਦੀ ਹੈ ਕਿ ਜਨਮ ਜਾਏ ਤੇ ਸੂਦਰਾ, ਸੰਸਕਾਰੇ ਦੀ ਜੋਤਮਾ, ਵੇਦ ਪਾਠੀ ਵਿਪਰਾ, ਬ੍ਰਹਮ ਜਨੰਤੀ ਇਤੀ ਬ੍ਰਾਹਮਣਾ। ਉਹ ਬ੍ਰਾਹਮਣ ਹੈ ਜਿਸ ਨੇ ਬ੍ਰਹਮ ਨੂੰ ਜਾਣਿਆ ਹੈ। ਬਾਕੀ ਕੋਈ ਕਰਮ ਕਾਂਡਾਂ ਨਾਲ ਬ੍ਰਾਹਮਣ ਨਹੀਂ ਹੋ ਜਾਂਦਾ। ਇਹ ਸਤਿਗੁਰੂ ਜੀ ਨੇ ਇਸ ਪੰਡਤ ਨੂੰ, ਬ੍ਰਾਹਮਣ ਨੂੰ ਸ਼ੁਭ ਉਪਦੇਸ਼ ਦੇ ਕੇ ਗੁਰਬਾਣੀ ਦੇ ਰਾਹੀਂ ਸ਼ੁਭ ਸਿੱਖਿਆ ਦੇ ਕੇ ਸਿੱਧੇ ਰਾਹ ਪਾਇਆ। ਇਸ ਤਰ੍ਹਾਂ ਸਾਧ ਸੰਗਤ ਜੀ ਦਾ ਜਨਮ ਸਫਲਾ ਹੋਇਆ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪ੍ਰਸੰਗ ਦੀ ਇੱਥੇ ਹੀ ਸਮਾਪਤੀ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ, ਕਰਤਾਰ ਪੁਰਬ ਸਾਵਨ ਦਿਜ ਪ੍ਰਸੰਗ, ਵਰਣਨ ਨਾਮ 30ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ 30 ਅਧਿਆਏ ਜਿਹੜੇ ਸਮਾਪਤ ਹੋ ਗਏ ਆ। ਜਿਸ ਪ੍ਰਸੰਗ ਵਿੱਚ ਬ੍ਰਾਹਮਣ ਨੂੰ ਸਿੱਖਿਆ ਅਤੇ ਕਰਤਾਰਪੁਰ ਸਾਹਿਬ ਨੂੰ ਵਸਾਉਣਾ ਸਤਿਗੁਰੂ ਜੀ ਨੇ ਕੀਤਾ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਭਾਉ ਭਗਤ ਕੀ ਔਰ ਲਿਵ ਲਾਗੀ, ਸਤਿਨਾਮ ਸਿਮਰਨ ਰਤ ਜਾਗੀ।
ਗੁਰ ਕਰੁਣਾ ਕੋ ਪਾਏ ਵਿਸਾਲਾ ਭਰਮ ਸਰਬ ਨਾਸਿਓ ਤਤਕਾਲਾ ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ ਕਰਤਾਰ ਪੁਰਬ ਸਾਵਨ ਦਿਜ ਪ੍ਰਸੰਗ ਵਰਨ ਰੰਗ ਨਾਮ ਤੀਸਮਾ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।